ਸਤਿ ਸ੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਾਂਗੇ। ਸਕਰੀਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਭਾਰਤ ਵਿੱਚ ਭੂ ਥਰਮਲ ਪਲਾਂਟ ਕਿੱਥੇ ਸਥਿਤ ਹਨ? ਆਪਸ਼ਨ ਹਨ ਕਰਨਾਟਕ ਵਿੱਚ ਕਾਇਕਾ, ਲਦਾਖ ਵਿੱਚ ਪੂਗਾਵਾਦੀ, ਤਮਿਲਨਾਡੂ ਵਿੱਚ ਕਲਪੱਕਮ ਅਤੇ ਉੱਤਰ ਪ੍ਰਦੇਸ਼ ਵਿੱਚ ਨਰੋੜਾ। ਜਿਹੜੇ ਭੂ ਥਰਮਲ ਪਲਾਂਟ ਨੇ ਇਹ ਧਰਤੀ ਹੇਠਲਾ ਜਿਹੜਾ ਗਰਮ ਪਾਣੀ ਹੈ ਜਾਂ ਭਾਫ ਦੇ ਸੋਮੇ ਨੇ ਉਹਨਾਂ ਦੀ ਵਰਤੋਂ ਕਰਕੇ ਟਰਬਾਈਨ ਚਲਾ ਕੇ ਬਿਜਲੀ ਪੈਦਾ ਕਰਨ ਦੇ ਵਿੱਚ ਸਹਾਇਤਾ ਕਰਦੇ ਨੇ। ਭਾਰਤ ਦੇ ਵਿੱਚ ਜਿਹੜਾ ਪਹਿਲਾ ਭੂ ਥਰਮਲ ਪਲਾਂਟ ਸੀ ਉਹ ONGC ਨੇ ਲਗਾਇਆ ਸੀ ਪੁੱਗਾਵਾਦੀ ਲਦਾਖ ਦੇ ਵਿੱਚ। ਇਸੇ ਤਰ੍ਹਾਂ ONGC ਨੇ ਇੱਕ ਮਨੀਕਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਰਵਤੀ ਵਾਦੀ ਦੇ ਵਿੱਚ ਵੀ ਇੱਕ ਭੂ ਥਰਮਲ ਪਲਾਂਟ ਲਗਾਇਆ ਹੋਇਆ ਹੈ। ਜਿਹੜਾ ਭੂ ਥਰਮਲ ਪਲਾਂਟ ਯਾਨੀ ਕਿ ਧਰਤੀ ਹੇਠ ਦੇ ਜਿਹੜੀ ਗਰਮੀ ਹੈ ਭਾਫ ਜਾਂ ਗਰਮ ਪਾਣੀ ਦੀ ਵਰਤੋਂ ਕਰਕੇ ਇਹ ਤੋਂ ਬਿਜਲੀ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈ ਇਹ ਥੋੜ੍ਹੀ ਜਿਹੀ ਡਿਫਰੈਂਟ ਹੈ। ਇਹ ਭਾਰਤ ਦੇ ਵਿੱਚ ਅਜੇ ਸ਼ੁਰੂਆਤੀ ਸਟੇਜ ਤੇ ਹੈ। ਭਾਰਤ ਵਿੱਚ ਹੋਰ ਵੀ ਜਗ੍ਹਾ ਤੇ ਭੂ ਥਰਮਲ ਪਲਾਂਟ ਲਗਾਉਣ ਦੀ ਸੰਭਾਵਨਾ ਹੈ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਲਦਾਖ ਵਿੱਚ ਪੂਗਾਵਾਦੀ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਕਿਸ ਕਿਸਮ ਦੀ ਖੇਤੀ ਵਿੱਚ ਜ਼ਮੀਨ ਨੂੰ ਭੋਜਨ ਅਤੇ ਜਾਨਵਰਾਂ ਦੇ ਚਾਰੇ ਵਾਲੀਆਂ ਫਸਲਾਂ ਅਤੇ ਡੰਗਰ ਚਰਾਉਣ ਲਈ ਵਰਤਿਆ ਜਾਂਦਾ ਹੈ? ਆਪਸ਼ਨ ਹਨ ਵਣਜ ਆਧਾਰਿਤ ਖੇਤੀ, ਸੰਘਣੀ ਖੇਤੀ, ਰਲੀ ਮਿਲੀ ਖੇਤੀ ਜਾਂ ਜੀਵਨ ਨਿਰਬਾਹ ਵਾਲੀ ਖੇਤੀ। ਦੇਖੋ, ਰਲੀ ਮਿਲੀ ਖੇਤੀ ਦਾ ਮਤਲਬ ਕੀ ਹੈ ਕਿ ਫਸਲਾਂ ਅਤੇ ਪਸ਼ੂਆਂ ਦਾ ਇਕੱਠੀ ਵਰਤੋਂ ਕਰਨੀ, ਜਿਵੇਂ ਇੱਕੋ ਫਾਰਮ 'ਤੇ ਫਸਲਾਂ ਵੀ ਉਗਾਉਣੀਆਂ ਅਤੇ ਪਸ਼ੂ ਪਾਲਣ ਦਾ ਕੰਮ ਵੀ ਕਰਨਾ। ਇਹਦਾ ਫਾਇਦਾ ਕੀ ਹੈ? ਇਹਦੇ ਨਾਲ ਜ਼ਮੀਨ ਨੂੰ ਜਿਹੜੀ ਹੈ ਉਹ ਖਾਦ ਮਿਲ ਜਾਂਦੀ ਹੈ, ਕਿਉਂਕਿ ਪਸ਼ੂਆਂ ਦੇ ਗੋਹੇ ਤੋਂ ਜ਼ਮੀਨ ਨੂੰ ਖਾਦ ਮਿਲ ਜਾਂਦੀ ਹੈ। ਇਸੇ ਤਰ੍ਹਾਂ ਜ਼ਮੀਨ ਦੇ ਵਿੱਚ ਜੋ ਤੁਸੀਂ ਚਾਰਾ ਬੀਜਦੇ ਹੋ ਉਹ ਪਸ਼ੂਆਂ ਵਾਸਤੇ ਵਰਤਿਆ ਜਾਂਦਾ। ਇਹਦੀਆਂ ਹੋਰ ਉਦਾਹਰਨਾਂ ਵੀ ਕੀ ਨੇ, ਜਿਵੇਂ ਮੱਕੀ ਦੇ ਖੇਤ ਦੇ ਵਿੱਚ ਮੁਰਗੀ ਪਾਲਣਾ, ਸਬਜ਼ੀਆਂ ਦੇ ਨਾਲ ਨਾਲ ਬੱਕਰੀਆਂ ਪਾਲਣਾ। ਇਹ ਰਲੀ ਮਿਲੀ ਖੇਤੀ ਦੀਆਂ ਉਦਾਹਰਨਾਂ ਨੇ। ਇਹਦੇ ਵਾਸਤੇ ਚੁਣੌਤੀਆਂ ਕੀ ਨੇ? ਚੁਣੌਤੀਆਂ ਨੇ ਕਿ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜ਼ਿਆਦਾ ਗਿਆਨ ਦੀ ਲੋੜ ਹੁੰਦੀ ਹੈ। ਠੀਕ ਹੈ, ਇਹ ਛੋਟੇ ਕਿਸਾਨਾਂ ਵਾਸਤੇ ਉਹਨਾਂ ਦੀ ਆਮਦਨ ਵਧਾਉਣ ਵਾਸਤੇ ਇਹ ਰਲੀ ਮਿਲੀ ਖੇਤੀ ਇੱਕ ਬਹੁਤ ਵਧੀਆ ਛੋਟੇ ਕਿਸਾਨ ਇਹਦੀ ਵਰਤੋਂ ਕਰ ਸਕਦੇ ਨੇ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਰਲੀ ਮਿਲੀ ਖੇਤੀ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਬਦਲਵੀਂ ਖੇਤੀ ਸ਼ਿਫਟਿੰਗ ਕਲਟੀਵੇਸ਼ਨ ਦੇ ਪ੍ਰਮੁੱਖ ਲੱਛਣ ਕੀ ਹਨ? ਇਹ ਭਾਰੀ ਬਾਰਿਸ਼ਾਂ ਅਤੇ ਬਹੁਤ ਜਲਦੀ ਮੁੜ ਤਿਆਰ ਹੋ ਜਾਣ ਵਾਲਿਆਂ ਇਲਾਕਿਆਂ ਦੇ ਵਿੱਚ ਹੁੰਦੀ ਹੈ। ਰੁੱਖਾਂ ਨੂੰ ਕੱਟ ਕੇ ਅਤੇ ਸਾੜ ਕੇ ਜ਼ਮੀਨ ਨੂੰ ਤਿਆਰ ਕੀਤਾ ਜਾਂਦਾ ਹੈ। ਸਵਾਹ ਨੂੰ ਮਿੱਟੀ ਵਿੱਚ ਰਲਾਇਆ ਜਾਂਦਾ ਹੈ ਅਤੇ ਇੱਕੋ ਪਲਾਂਟ ਵਿੱਚ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ ਨੇ। ਸਾਡੇ ਕੋਲ ਜਿਹੜੇ 1 2 3 4 ਲੱਛਣ ਦੱਸੇ ਗਏ ਨੇ ਬਦਲਵੀਂ ਖੇਤੀ ਸ਼ਿਫਟਿੰਗ ਕਲਟੀਵੇਸ਼ਨ ਦੇ, ਆਪਾਂ ਦੱਸਣਾ ਕਿ ਇਹਨਾਂ ਵਿੱਚੋਂ ਕਿਹੜੇ ਸਹੀ ਨੇ। ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜੀ ਸ਼ਿਫਟਿੰਗ ਕਲਟੀਵੇਸ਼ਨ ਹੈ ਬਦਲਵੀਂ ਖੇਤੀ, ਇਹਨੂੰ ਵੱਖ-ਵੱਖ ਨਾਵਾਂ ਦੇ ਨਾਲ ਜਾਣਿਆ ਜਾਂਦਾ। ਸਲੈਸ਼ ਐਂਡ ਬਰਨ ਐਗਰੀਕਲਚਰ ਵੀ ਇਹਨੂੰ ਕਹਿੰਦੇ ਨੇ, ਝੂਮ ਵੀ ਇਹਨੂੰ ਕਹਿੰਦੇ ਨੇ। ਨਾਰਥ ਈਸਟ ਦੇ ਵਿੱਚ ਝੂਮ ਖੇਤੀ ਜਿਹੜੀ ਉਹ ਵੀ ਇਹੀ ਹੈ। ਇਸੇ ਤਰ੍ਹਾਂ ਹੋਰ ਜਿਹੜੇ ਦੇਸ਼ਾਂ ਦੇ ਵਿੱਚ ਇਹਦਾ ਕੀ ਨਾਂ ਹੈ, ਜਿਵੇਂ ਰੋਕਾ ਕਿਹਾ ਜਾਂਦਾ ਇਹਨੂੰ ਬ੍ਰਾਜ਼ੀਲ ਦੇ ਵਿੱਚ। ਇਹਨਾਂ ਬਾਰੇ ਮੈਂ ਸਾਰਾ ਕੁਝ ਲਿਖਿਆ ਹੋਇਆ, ਤੁਸੀਂ ਸਕਰੀਨਸ਼ੋਟ ਇਹਦਾ ਲੈ ਸਕਦੇ ਹੋ। ਪਹਾੜੀ ਖੇਤਰਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਜੰਗਲ ਨੂੰ ਕੱਟ ਕੇ ਅਤੇ ਉਹ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਅੱਗ ਲਗਾ ਕੇ, ਜੰਗਲ ਨੂੰ ਅੱਗ ਲਗਾ ਕੇ ਜਿਹੜੀ ਸਵਾਹ ਹੈ ਉਹਨੂੰ ਮਿੱਟੀ ਦੇ ਵਿੱਚ ਰਲਾ ਕੇ, ਠੀਕ ਹੈ, ਅਤੇ ਮਿੱਟੀ ਥੋੜ੍ਹੀ ਉਪਜਾਊ ਹੋ ਜਾਂਦੀ ਹੈ, ਉਹਦੇ ਵਿੱਚ ਉਹ ਫਸਲਾਂ ਬੀਜਦੇ ਨੇ। ਇਹਦੀ ਨੁਕਸਾਨ ਇਹ ਹੈ ਕਿ ਇਹਦੇ ਨਾਲ ਜੰਗਲ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ। ਜੰਗਲ ਦੇ ਵਿੱਚ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਅਤੇ ਇਹਦੇ ਵਿੱਚ ਹੁਣ ਜਿਹੜਾ ਆਪਸ਼ਨ ਦਿੱਤੇ ਹੋਏ ਸੀ ਕਿ ਇੱਕੋ ਸਾਲ ਦੇ ਵਿੱਚ ਇੱਕ ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ। ਇੱਕੋ ਸਾਲ ਦੇ ਵਿੱਚ ਇੱਕ ਤੋਂ ਵੱਧ ਫਸਲਾਂ ਬੀਜੀਆਂ ਨਹੀਂ ਜਾਂਦੀਆਂ। ਹਾਂ, ਥੋੜ੍ਹੀਆਂ ਬਹੁਤੀਆਂ ਫਸਲਾਂ ਜਿਵੇਂ ਕੋਈ ਕਿਸਾਨ ਹੈ ਉਹ ਬੀਜ ਸਕਦਾ ਸਿਰਫ ਆਪਣੇ ਖਾਣ ਵਾਸਤੇ। ਵਪਾਰਕ ਪੱਧਰ 'ਤੇ ਇੱਕ ਤੋਂ ਵੱਧ ਫਸਲਾਂ ਇਹਦੇ ਵਿੱਚ ਸੰਭਵ ਨਹੀਂ ਨੇ, ਕਿਉਂਕਿ ਮਿੱਟੀ ਦੀ ਉਪਜਾਈ ਸ਼ਕਤੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਨਹੀਂ ਹੁੰਦੀ। ਜਿਹੜਾ ਦਿੱਤਾ ਹੋਇਆ ਆਪਸ਼ਨ ਹੈ ਇਹਦੇ ਵਿੱਚ ਜਿਵੇਂ ਇੱਕੋ ਪਲਾਂਟ ਵਿੱਚ ਇੱਕ ਸਾਲ ਵਿੱਚ ਇੱਕ ਤੋਂ ਵਧੇਰੇ ਫਸਲਾਂ ਬੀਜੀਆਂ ਜਾਂਦੀਆਂ ਨੇ, ਇਹ ਗਲਤ ਹੈ। ਅਤੇ ਪਹਿਲਾ, ਦੂਸਰਾ, ਤੀਸਰਾ ਇਹ ਤਿੰਨੇ ਆਪਸ਼ਨ ਸਹੀ ਨੇ। ਇਹਦਾ ਪਹਿਲਾ ਆਪਸ਼ਨ ਬਿਲਕੁਲ ਸਹੀ ਹੈ, 1 2 ਅਤੇ 3। ਅਗਲਾ ਪ੍ਰਸ਼ਨ ਹੈ ਜੀ, ਨਿਮਨਲਿਖਤ ਵਿੱਚ ਕਿਹੜਾ ਸਾਂਝ ਭਿਆਲੀ ਵਾਲਾ ਉਦਯੋਗ ਹੈ? ਆਪਸ਼ਨ ਹਨ ਮਰੂਤੀ ਉਦਯੋਗ ਲਿਮਟਿਡ, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ, ਆਨੰਦ ਮਿਲਕ ਯੂਨੀਅਨ ਲਿਮਟਿਡ ਜਾਂ ਸੁਧਾ ਡੇਅਰੀ। ਜਿਹੜਾ ਸਾਂਝ ਭਿਆਲੀ ਵਾਲਾ ਉਦਯੋਗ ਇਹਦਾ ਮਤਲਬ ਹੁੰਦਾ ਜੁਆਇੰਟ ਵੈਂਚਰ, ਜਿਵੇਂ ਕੋਈ ਪ੍ਰਾਈਵੇਟ ਪਲੇਅਰ ਅਤੇ ਸਰਕਾਰੀ ਪਲੇਅਰ ਜਦੋਂ ਆਪਸ ਦੇ ਵਿੱਚ ਰਲ ਕੇ ਕੋਈ ਇੰਡਸਟਰੀ ਲਗਾਉਂਦੇ ਨੇ, ਜਿਹਨੂੰ ਆਪਾਂ ਸਾਂਝਾ ਉੱਦਮ ਵੀ ਕਹਿ ਸਕਦੇ ਹਾਂ। ਇਹ ਜਿਹੜਾ ਸਾਂਝਾ ਉੱਦਮ ਹੈ ਭਾਰਤ ਸਰਕਾਰ ਅਤੇ ਜਾਪਾਨ ਦੀ ਸੁਜ਼ੂਕੀ ਮੋਟਰ ਨੇ 1981 ਦੇ ਵਿੱਚ ਲਗਾਇਆ ਸੀ ਮਰੂਤੀ ਦਾ। ਇਹਦੇ ਵਿੱਚ ਕੀ ਸੀ ਕਿ ਭਾਰਤ ਸਰਕਾਰ ਦਾ ਅਤੇ ਸੁਜ਼ੂਕੀ ਮੋਟਰ ਦਾ ਹਿੱਸਾ ਸੀ। 1981 ਦੇ ਵਿੱਚ ਸ਼ੁਰੂ ਹੋ ਗਿਆ। ਉਸ ਤੋਂ ਬਾਅਦ 2003 ਦੇ ਵਿੱਚ ਆਰਥਿਕ ਉਦਾਰੀਕਰਨ ਦੇ ਚੱਕਰਾਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਨੇ ਇਹਦੇ ਵਿੱਚੋਂ ਆਪਣਾ ਹਿੱਸਾ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਜਿਹੜਾ ਸਾਰਾ ਹਿੱਸਾ ਹੈ ਭਾਰਤ ਸਰਕਾਰ ਨੇ ਆਪਣਾ ਕੱਢ ਲਿਆ।
ਤੇ ਹੁਣ ਇਹ ਜਿਹੜੀ ਕੰਪਨੀ ਹੈ ਇਹ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਸਾਂਝ ਭਿਆਲੀ ਵਾਲਾ ਉਦਯੋਗ ਜਿਹੜਾ ਹੈ ਉਹ ਕਿਹੜਾ ਹੈ ਜੀ, ਮਾਰੂਤੀ ਉਦਯੋਗ ਲਿਮਟਿਡ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖੀਏ ਜੀ, ਕਿਸੇ ਮੁਲਕ ਦੀ ਵਸੋਂ ਦਾ ਉਹ ਜਨਸੰਖਿਆ ਪਿਰਾਮਿਡ ਕੀ ਦਰਸਾਉਂਦਾ ਹੈ ਜਿਹੜਾ ਕਿ ਆਪਣੇ ਆਧਾਰ ਤੋਂ ਚੌੜਾ ਹੋਵੇ ਪਰ ਸਿਖਰ ਤੇ ਜਾ ਕੇ ਤੰਗ ਹੋ ਜਾਂਦਾ ਹੈ। ਹੁਣ ਜਨਸੰਖਿਆ ਪਿਰਾਮਿਡ ਦੀ ਸ਼ੇਪ ਬਾਰੇ ਦੱਸਿਆ ਗਿਆ ਕਿ ਕਿਵੇਂ ਦੀ ਹੈ, ਉਹ ਸਿਖਰ ਤੋਂ ਤੰਗ ਹੈ ਤੇ ਆਧਾਰ ਤੋਂ ਚੌੜਾ ਹੈ। ਹੁਣ ਇਹਦਾ ਮਤਲਬ ਕੀ ਹੈ, ਉਹ ਦੇਸ਼ ਜਿਸ ਵਿੱਚ ਜਨਮ ਦਰ ਅਤੇ ਮੌਤ ਦਰ ਦੋਵੇਂ ਵੱਧ ਹਨ, ਇੱਕ ਦੇਸ਼ ਜਿਸ ਦੀ ਜਨਮ ਦਰ ਬਹੁਤ ਘੱਟ ਹੈ, ਇੱਕ ਦੇਸ਼ ਜਿਸ ਵਿੱਚ ਭਰ ਜਵਾਨਾਂ ਦੀ ਮੌਤ ਦਰ ਵਿੱਚ ਕਮੀ ਆ ਰਹੀ ਹੈ, ਜਾਂ ਇੱਕ ਦੇਸ਼ ਜਿਸ ਵਿੱਚ ਜਨਮ ਦਰ ਵੱਧ ਹੈ ਅਤੇ ਮੌਤ ਦਰ ਘੱਟ ਹੈ। ਦੇਖੋ ਇੱਥੇ ਜਿਹੜਾ ਆਪਸ਼ਨ ਦਿੱਤਾ ਹੈ, ਇੱਥੇ ਕੀ ਹੈ ਕਿ ਆਧਾਰ ਉਹਦਾ ਚੌੜਾ ਤੇ ਸਿਖਰ ਜਿਹੜਾ ਹੈ ਉਹਦਾ ਕਹ ਲਓ ਕਿ ਸਿਖਰ ਦੇ ਉੱਤੋਂ ਇਹ ਤੰਗ ਹੈ, ਯਾਨੀ ਕਿ ਇਸ ਤੇ ਚੌੜਾ ਆਧਾਰ ਵਾਲਾ ਜਿਹੜਾ ਹੁੰਦਾ ਹੈ ਇਹ ਵਿਸਤ੍ਰਿਤ ਪਿੰਡ ਹੁੰਦਾ ਹੈ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਜਨਸੰਖਿਆ ਪਿਰਾਮਿਡ ਹੈ ਕੀ। ਜਨਸੰਖਿਆ ਪਿਰਾਮਿਡ ਦੇ ਵਿੱਚ ਆਬਾਦੀ ਦੀ ਉਮਰ ਅਤੇ ਲਿੰਗ ਦੇ ਆਧਾਰ ਤੇ ਇੱਕ ਗ੍ਰਾਫ ਬਣਾਇਆ ਜਾਂਦਾ ਹੈ, ਠੀਕ ਹੈ, ਤੇ ਉਹ ਜਿਹੜਾ ਗ੍ਰਾਫ ਹੈ ਉਹਦੀ ਜਿਹੜੀ ਸ਼ੇਪ ਹੈ ਇੱਕ ਪਿਰਾਮਿਡ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਜੇਕਰ ਉਹ ਪਿਰਾਮਿਡ ਆਧਾਰ ਤੋਂ ਚੌੜਾ ਤੇ ਟੌਪ ਤੋਂ ਥੋੜਾ ਜਿਹਾ ਤੰਗ ਹੈ ਤਾਂ ਉਹਨੂੰ ਅਸੀਂ ਐਕਸਪੈਂਸਿਵ ਪਿਰਾਮਿਡ ਕਹਿੰਦੇ ਹਾਂ। ਇਹਦਾ ਮਤਲਬ ਇਹ ਹੁੰਦਾ ਕਿ ਉੱਚ ਜਨਮ ਦਰ ਅਤੇ ਨੌਜਵਾਨ ਆਬਾਦੀ। ਉਸੇ ਤਰ੍ਹਾਂ ਜੇਕਰ ਤੰਗ ਆਧਾਰ ਤੋਂ ਤੰਗ ਹੋਵੇ, ਇਹ ਉਲਟਾ ਹੋਵੇ ਜਿਵੇਂ, ਠੀਕ ਹੈ, ਉਲਟਾ ਕਹਿ ਲਓ, ਜਾਂ ਤੰਗ ਆਧਾਰ ਹੋਵੇ ਉਹਦਾ, ਤੇ ਉਹਦੇ ਵਿੱਚ ਕੀ ਹੈ ਕਿ ਜ਼ਿਆਦਾ ਉੱਥੇ ਵਸੋਂ ਦੇ ਵਿੱਚ ਹੁਣ ਜਨਸੰਖਿਆ ਪੈਦਾ ਨਹੀਂ ਹੋ ਰਹੀ ਤੇ ਉੱਥੇ ਬੁੱਢੀ ਆਬਾਦੀ ਹੋਏਗੀ, ਬੁੱਢੜੀ ਆਬਾਦੀ ਜਾਂ ਆਬਾਦੀ ਦੇ ਜ਼ਿਆਦਾ ਲੋਕ ਬੁੱਢੇ ਹੋ ਚੁੱਕੇ ਹੋਣਗੇ। ਇਸੇ ਤਰ੍ਹਾਂ ਜਿਹੜਾ ਸਟੇਸ਼ਨਰੀ ਪਿਰਾਮਿਡ ਹੈ ਉਹਦੇ ਵਿੱਚ ਜਨਮ ਦਰ ਘੱਟ ਹੈ ਤੇ ਮੌਤ ਦਰ ਵੀ ਘੱਟ ਹੈ, ਠੀਕ ਹੈ। ਇਹ ਘੱਟ ਜਨਮ ਦਰ ਤੇ ਮੌਤ ਦਰ ਇਹ ਹੋ ਜਾਂਦੀ ਹੈ ਇੱਕ ਸਟੇਸ਼ਨਰੀ ਪਿਰਾਮਿਡ। ਤਿੰਨ ਤਰ੍ਹਾਂ ਦੇ ਪਿਰਾਮਿਡ ਇਹ ਤੁਸੀਂ ਯਾਦ ਕਰ ਲੈਣੇ ਨੇ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਪਿਰਾਮਿਡ ਹੈ ਇਹਦੇ ਵਿੱਚ ਆਧਾਰ ਚੌੜਾ ਤੇ ਉਹਦਾ ਟੌਪ ਜਿਹੜਾ ਹੈ ਉਹ ਨੈਰੋ ਹੈ। ਇਹ ਹੈ ਕਿ ਉਹ ਦੇਸ਼ ਜਿਸ ਵਿੱਚ ਜਨਮ ਦਰ ਅਤੇ ਮੌਤ ਦਰ ਦੋਵੇਂ ਵੱਧ ਹਨ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਨਿਮਨਲਿਖਤ ਵਿੱਚ ਕਿਹੜਾ ਕਥਨ ਧਰਤੀ ਦੀ ਟੌਰਿਡ ਜ਼ੋਨ ਨੂੰ ਦਰਸਾਉਂਦਾ ਹੈ। ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ, ਕਾਫੀ ਆਪਸ਼ਨ ਨੇ। ਆਪਾਂ ਟੌਰਿਡ ਜ਼ੋਨ ਬਾਰੇ ਗੱਲ ਕਰ ਲੈਂਦੇ ਹਾਂ ਕਿ ਧਰਤੀ ਦਾ ਜਿਹੜਾ ਟੌਰਿਡ ਜ਼ੋਨ ਹੈ ਉਹ ਕੀ ਹੈ ਕਿ ਧਰਤੀ ਦੀ ਜਿਹੜੀ ਭੂ-ਮੱਧ ਰੇਖਾ, ਜਿਹੜੀ ਸੈਂਟਰਲ ਲਾਈਨ ਹੈ, ਜਿਹੜੀ ਧਰਤੀ ਨੂੰ ਦੋ ਅੱਧ ਭਾਗਾਂ ਦੇ ਵਿੱਚ ਵੰਡ ਦਿੰਦੀ ਹੈ। ਓਕੇ, ਇਸ ਤੋਂ ਉੱਪਰ ਨਾਰਥ ਹੈਮੀਸਫੀਅਰ ਬਣ ਜਾਂਦਾ ਤੇ ਨੀਚੇ ਜਿਹੜਾ ਹੈ ਉਹ ਸਾਊਥ ਹੈਮੀਸਫੀਅਰ ਬਣੇਗਾ। ਹੁਣ ਇਸੇ ਤਰ੍ਹਾਂ ਧਰਤੀ ਦੇ ਇੱਕ ਹੋਰ ਮਹੱਤਵਪੂਰਨ ਲਾਈਨ ਹੈ ਜਿਹੜੀ ਭੂ-ਮੱਧ ਰੇਖਾ ਤੋਂ 23 ਡਿਗਰੀ 23.5 ਡਿਗਰੀ ਨਾਰਥ ਵੱਲ ਨੂੰ, ਇਸੇ ਤਰ੍ਹਾਂ ਭੂ-ਮੱਧ ਰੇਖਾ ਤੋਂ 23.5 ਡਿਗਰੀ ਸਾਊਥ ਵੱਲ ਨੂੰ, ਆ ਜਿਹੜੀ ਆਹ ਲਾਈਨ, ਠੀਕ ਹੈ, ਆਹ ਲਾਈਨ, ਇਹਨਾਂ ਦੋਨਾਂ ਦੇ ਵਿਚਲਾ ਜਿਹੜਾ ਖੇਤਰ ਹੈ, ਇਹ ਸਾਰਾ ਖੇਤਰ ਹੈ ਜਿਹੜਾ, ਇਹਨੂੰ ਟੌਰਿਡ ਜ਼ੋਨ ਕਹਿੰਦੇ ਨੇ। ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦਾ ਇਹ ਲੱਛਣ ਕੀ ਹੈ ਇਹਦੇ ਵਿੱਚ ਟੌਰਿਡ ਜ਼ੋਨ ਦਾ, ਕਿ ਸੂਰਜ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਦੁਪਹਿਰ ਵੇਲੇ ਕਰਕ ਰੇਖਾ ਦੀ ਤਪਤ ਰੇਖਾ ਅਤੇ ਮਕਰ ਰੇਖਾ ਦੀ ਤਪਤ ਰੇਖਾ ਦੇ ਵਿਚਕਾਰ ਦੇ ਸਾਰੇ ਵਿਸਥਾਰ ਖੇਤਰਾਂ ਵਿੱਚ ਸਿਰ ਉੱਤੇ ਹੁੰਦਾ ਹੈ ਅਤੇ ਮਕਰ ਰੇਖਾ ਦੀ ਤਪਤ ਰੇਖਾ ਸਭ ਤੋਂ ਵੱਧ ਗਰਮੀ ਪ੍ਰਾਪਤ ਕਰਦੀ ਹੈ। ਪਹਿਲਾ ਆਪਸ਼ਨ ਇਹਦਾ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਧਰਤੀ ਦੀ ਪੇਪੜੀ ਵਿੱਚ ਕਿਹੜੇ ਖਣਿਜ ਪਾਏ ਜਾਂਦੇ ਹਨ। ਆਪਸ਼ਨ ਹਨ ਸਿਲਿਕਾ ਅਤੇ ਐਲੂਮੀਨੀਅਮ, ਲਾਈਮਸਟੋਨ, ਬਾਸਾਲਟ ਅਤੇ ਨਿਕਲ ਅਤੇ ਮੈਗਨੀਸ਼ੀਅਮ ਅਤੇ ਬਾਸਾਲਟ। ਧਰਤੀ ਦੀ ਪੇਪੜੀ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ ਜੀ ਸਿਲੀਕਾਨ ਅਤੇ ਐਲੂਮੀਨੀਅਮ। ਜਿਹੜੀ ਧਰਤੀ ਦੀ ਪਰਤ ਹੈ ਲਿਥੋਸਫੀਅਰ ਦੀ, ਜਿਹਨੂੰ ਸਿਆਲ ਵੀ ਕਹਿੰਦੇ ਆ, ਉਹ ਇਸੇ ਨਾਂ ਤੋਂ ਬਣੀ ਹੈ ਜੀ, ਸਿਲੀਕਾਨ ਤੇ ਐਲੂਮੀਨੀਅਮ ਤੋਂ। ਧਰਤੀ ਦੀ ਪੇਪੜੀ ਦੇ ਵਿੱਚ ਸਿਲੀਕਾਨ ਅਤੇ ਐਲੂਮੀਨੀਅਮ ਜ਼ਿਆਦਾ ਖਣਿਜ ਪਾਏ ਜਾਂਦੇ ਨੇ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਨਾ ਮਿਲਵਰਤਨ ਅੰਦੋਲਨ ਵਾਪਸ ਲੈਣ ਦਾ ਕਾਰਨ ਸੀ। ਸੱਤਿਆਗ੍ਰਹੀਆਂ ਦਰਮਿਆਨ ਤਾਲਮੇਲ ਦੀ ਕਮੀ, ਚੋਰਾਚਾਰੀ ਵਿੱਚ ਹਿੰਸਾ ਹੋ ਜਾਣਾ, ਗਾਂਧੀ ਜੀ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਕਰਨਾ ਚਾਹੁੰਦੇ ਸਨ, ਜਾਂ ਦੂਸਰੇ ਰਾਸ਼ਟਰਵਾਦੀਆਂ ਨੇ ਗਾਂਧੀ ਜੀ ਨੂੰ ਮਨਾ ਲਿਆ। ਨਾ ਮਿਲਵਰਤਨ ਅੰਦੋਲਨ ਦੇ ਦੌਰਾਨ ਚੋਰਾਚਾਰੀ ਦੇ ਵਿੱਚ ਹਿੰਸਾ ਹੋਈ ਸੀ, ਜਿਹਦੇ ਵਿੱਚ 22 ਪੁਲਿਸ ਕਰਮੀ ਮਾਰੇ ਗਏ ਸਨ। ਚੋਰੀ ਕਾਂਡ ਦੇ ਵਿੱਚ 4 ਫਰਵਰੀ 1922 ਨੂੰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਚੌਂਕੀ ਨੂੰ ਅੱਗ ਲਾ ਦਿੱਤੀ ਸੀ। ਅੰਦੋਲਨ ਅਹਿੰਸਾ ਦੇ ਸਿਧਾਂਤ ਦੇ ਵਿਰੁੱਧ ਹੋ ਗਿਆ, ਜਿਸ ਕਰਕੇ ਅੰਦੋਲਨ ਨੂੰ ਵਾਪਸ ਲੈਣਾ ਪਿਆ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। 1905 ਵਿੱਚ ਕਿਸ ਨੇ ਗਿਆਨ, ਭੋਜਨ ਅਤੇ ਵਸਤਰਾਂ ਨੂੰ ਦਰਸਾਉਂਦਾ ਹੋਇਆ ਭਾਰਤ ਮਾਤਾ ਦਾ ਚਿੱਤਰ ਬਣਾਇਆ। ਆਪਸ਼ਨ ਹਨ ਰਵਿੰਦਰਨਾਥ ਟੈਗੋਰ, ਅਬਿੰਦਰਾਨਾਥ ਟੈਗੋਰ ਅਤੇ ਬੈਂਕਮ ਚੰਦਰ ਚਟੋਪਾਧਿਆਏ, ਅਬਦੁਲ ਗਫਾਰ ਖਾਨ। 1905 ਦੇ ਵਿੱਚ ਅਬਿੰਦਰਾਨਾਥ ਟੈਗੋਰ ਜੀ ਨੇ ਭਾਰਤ ਮਾਤਾ ਦਾ ਚਿੱਤਰ ਬਣਾਇਆ ਸੀ। ਉਹ ਚਿੱਤਰ ਤੁਸੀਂ ਦੇਖ ਰਹੇ ਹੋ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ ਜੀ, ਕਾਨਪੁਰ ਦੀ ਮਿਲ ਦੇ ਇੱਕ ਮਜ਼ਦੂਰ ਕਾਸ਼ੀ ਬਾਬਾ ਦੁਆਰਾ ਲਿਖੀ ਕਿਤਾਬ ਛੋਟੇ ਔਰ ਬੜੇ ਕਾ ਸਵਾਲ ਦਾ ਮੁੱਖ ਵਿਸ਼ਾ ਕੀ ਸੀ। ਆਪਸ਼ਨ ਹਨ ਵਿਸ਼ੇਸ਼ ਉੱਚ ਜਾਤੀਆਂ ਦਾ ਜੀਵਨ,
ਜਾਤੀ ਅਤੇ ਵਰਗ ਉਤਪੀੜਨ ਵਿਚਕਾਰ ਨਾਤਾ, ਸਵਦੇਸ਼ੀ ਪ੍ਰੈਸ ਉੱਪਰ ਪਾਬੰਦੀਆਂ ਜਾਂ ਜਾਤੀ ਵਿਵਸਥਾ ਦੀਆਂ ਨਾ ਇਨਸਾਫੀਆਂ। ਛੋਟੇ ਅਤੇ ਵੱਡੇ ਦਾ ਸਵਾਲ ਦਾ ਅਰਥ ਹੈ ਸਮਾਜ ਵਿੱਚ ਉੱਚ ਨੀਚ ਅਤੇ ਵਿਤਕਰੇ ਦਾ ਸਵਾਲ। ਇਹ ਸਵਾਲ ਜਾਤੀ ਵਿਵਸਥਾ, ਆਰਥਿਕ ਅਸਮਾਨਤਾ ਅਤੇ ਸਮਾਜਿਕ ਬੇਇਨਸਾਫੀ ਨਾਲ ਜੁੜਿਆ ਹੋਇਆ ਹੈ। ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਦੂਸਰਾ ਆਪਸ਼ਨ ਬਿਲਕੁਲ ਸਹੀ ਹੈ, ਜਾਤੀ ਅਤੇ ਵਰਗ ਉਤਪੀੜਨ ਵਿਚਕਾਰ ਨਾਤਾ। ਅਗਲਾ ਪ੍ਰਸ਼ਨ ਹੈ ਜੀ, ਨਿਮਨਲਿਖਤ ਨੂੰ ਉਹਨਾਂ ਦੀਆਂ ਸਮੇਂ ਲਾਈਨਾਂ ਦੇ ਸੰਦਰਭ ਵਿੱਚ ਕਾਲਕ੍ਰਮ ਅਨੁਸਾਰ ਤਰਤੀਬ ਵਿੱਚ ਰੱਖੋ। ਸਾਨੂੰ 1, 2, 3 ਅਤੇ 4 ਘਟਨਾਵਾਂ ਦੱਸੀਆਂ ਗਈਆਂ ਨੇ। ਅਸੀਂ ਇਹਨਾਂ ਨੂੰ ਇਹਨਾਂ ਦੇ ਵਾਪਰਨ ਦੇ ਸਮੇਂ ਦੇ ਅਨੁਸਾਰ ਅਰੇਂਜ ਕਰਨਾ ਹੈ। ਕਿਹੜੀ ਕਿਹੜੀ ਘਟਨਾ ਹੈ? ਪਹਿਲੀ ਘਟਨਾ ਹੈ ਜੀ ਅਵਧ ਵਿੱਚ ਵੈਲਸਲੇ ਦੁਆਰਾ ਸ਼ੁਰੂ ਕੀਤੀ ਸਹਾਇਕ ਗੱਠਜੋੜ। ਦੂਸਰੀ ਹੈ ਜੀ ਸਤੀ ਦੀ ਪ੍ਰਥਾ ਦਾ ਖਾਤਮਾ। ਅੰਗਰੇਜ਼ਾਂ ਦੁਆਰਾ ਅਵਧ ਵਿੱਚ ਸੰਖੇਪ ਰੈਵਨਿਊ ਸੈਟਲਮੈਂਟਾਂ ਦੀ ਸ਼ੁਰੂਆਤ। ਅਤੇ ਲਾਸਟ ਦੇ ਵਿੱਚ ਚੌਥੀ ਘਟਨਾ ਹੈ ਜੀ ਝਾਂਸੀ ਦੀ ਰਾਣੀ ਦੀ ਲੜਾਈ ਵਿੱਚ ਮੌਤ। ਅਵਧ ਵਿੱਚ ਸਹਾਇਕ ਸੰਧੀ 1801 ਦੇ ਵਿੱਚ ਹੋਈ ਹੈ। ਸਤੀ ਪ੍ਰਥਾ ਦਾ ਖਾਤਮਾ 1829 ਦੇ ਵਿੱਚ। ਅਵਧ ਵਿੱਚ ਮਾਲੀਆ ਬੰਦੋਬਸਤ ਸੰਖੇਪ ਬੰਦੋਬਸਤ ਹੋਇਆ ਜੀ 1856 ਦੇ ਵਿੱਚ, ਅਤੇ ਰੈਗੂਲਰ ਬੰਦੋਬਸਤ 1861 ਤੋਂ ਲੈ ਕੇ 1866 ਈਸਵੀ ਦੇ ਵਿੱਚ ਹੋਇਆ। ਰਾਣੀ ਝਾਂਸੀ ਦੀ ਲੜਾਈ ਦੇ ਵਿੱਚ ਮੌਤ 1858 ਦੇ ਵਿੱਚ ਹੋਈ ਹੈ। 1, 2, 3 ਅਤੇ 4 ਇਹ ਸਾਰੀਆਂ ਘਟਨਾਵਾਂ ਤਰਤੀਬਵਾਰ ਹੋਈਆਂ ਨੇ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ, ਬੀ ਆਪਸ਼ਨ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਜਲਿਆਂਵਾਲੇ ਬਾਗ ਦੇ ਸਾਕੇ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਸਹੀ ਨਹੀਂ ਹੈ? ਆਪਸ਼ਨ ਨੇ ਇਹ ਘਟਨਾ 10 ਅਪ੍ਰੈਲ 1919 ਨੂੰ ਵਾਪਰੀ। ਇਹ ਪਹਿਲਾ ਆਪਸ਼ਨ ਹੀ ਜਿਹੜਾ ਹੈ ਇਹ ਗਲਤ ਹੈ, ਕਿਉਂਕਿ ਇਹ ਘਟਨਾ 13 ਅਪ੍ਰੈਲ 1919 ਨੂੰ ਵਾਪਰੀ। ਇਹ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ। 10 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੀ ਘਟਨਾ ਨਹੀਂ ਹੋਈ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਦੂਸਰੇ ਸਮੁਦਾਇ ਦਾ ਸਖਤ ਵਿਰੋਧ ਕਰਕੇ ਧਾਰਮਿਕ ਪਹਿਚਾਣ ਦੇ ਆਧਾਰ 'ਤੇ ਇੱਕ ਸਮੁਦਾਇ ਨੂੰ ਏਕੀਕ੍ਰਿਤ ਕਰਨ ਵਾਲੀ ਰਾਜਨੀਤੀ ਨੂੰ ਕੀ ਕਹਿੰਦੇ ਹਨ? ਆਪਸ਼ਨ ਹਨ ਸੰਪਰਦਾਇਕਤਾ, ਸਟੀਰੀਓਟਾਈਪਿਸਟ, ਸਰਬਨਾਸ਼ ਜਾਂ ਅਵਿਸ਼ਵਾਸ। ਇਸ ਤਰ੍ਹਾਂ ਦੀ ਰਾਜਨੀਤੀ ਅੱਜ ਕੱਲ੍ਹ ਬਹੁਤ ਚੱਲਦੀ ਹੈ, ਇਹਨੂੰ ਕਹਿੰਦੇ ਨੇ ਸੰਪਰਦਾਇਕਤਾ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਰਵਾਇਤੀ ਤਕਲੇ ਦਾ ਉਤਪਾਦਨ ਵਧਾਉਣ ਦੇ ਮਕਸਦ ਨਾਲ ਕਿਸ ਨੇ 1764 ਵਿੱਚ ਸਪਿਨਿੰਗ ਜੈਨੀ ਦੀ ਇਜਾਦ ਕੀਤੀ? ਆਪਸ਼ਨ ਟੀਪੂ ਸੁਲਤਾਨ, ਜੌਹਨ ਕਾਏ, ਰਿਚਰਡ ਆਰ ਕਰਾਈਟਸ ਜਾਂ ਮਹਾਤਮਾ ਗਾਂਧੀ। ਇਹ ਜਿਹੜੇ ਸਾਰੇ ਆਪਸ਼ਨ ਨੇ ਇਹ ਸਾਰੇ ਗਲਤ ਦਿੱਤੇ ਹੋਏ ਨੇ। ਸਪਿਨਿੰਗ ਜੈਨੀ ਦਾ 1764 ਦੇ ਵਿੱਚ ਸਟੈਨਹਿਲ, ਓਸਵਾਲ ਡਟ ਵਿਸਟਲ, ਲੈਂਕਾਸ਼ਾਇਰ, ਇੰਗਲੈਂਡ ਦੇ ਵਿੱਚ ਇਜਾਦ ਕੀਤਾ ਗਿਆ ਸੀ। ਇਹ ਜਿਸ ਜਗ੍ਹਾ 'ਤੇ ਉਹ ਰਹਿੰਦਾ ਸੀ, ਜਿਸ ਨੇ ਇਹਦਾ ਇਜਾਦ ਕੀਤਾ ਸੀ, ਜੇਮਜ਼ ਹਾਰ ਗਰੀਵਜ਼, ਜਿਹੜਾ ਇੱਕ ਬੁਣਕਰ ਸੀ ਅਤੇ ਉਸਨੇ ਇਸ ਮਸ਼ੀਨ ਨੂੰ ਪਹਿਲੀ ਵਾਰ ਵਰਤਿਆ ਸੀ। ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਕੋਈ ਵੀ ਸਹੀ ਨਹੀਂ ਹੈ। ਅਗਲਾ ਪ੍ਰਸ਼ਨ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜਾ ਚੋਲਾ ਰਾਜਿਆਂ ਦੁਆਰਾ ਅਮੀਰ ਜ਼ਿਮੀਂਦਾਰਾਂ ਨੂੰ ਦਿੱਤਾ ਜਾਣ ਵਾਲਾ ਖਿਤਾਬ ਨਹੀਂ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹ ਜਿਹੜੇ ਸਾਰੇ ਆਪਸ਼ਨ ਨੇ ਇਹਨਾਂ ਨੂੰ ਮੈਂ ਥੋੜ੍ਹਾ ਜਿਹਾ ਐਕਸਪਲੇਨ ਕੀਤਾ ਹੋਇਆ। ਮੂਵੇ ਡਾ ਵੈਲੇਨ ਇਹ ਉਸ ਕਿਸਾਨ ਨੂੰ ਦਿੱਤਾ ਜਾਂਦਾ ਸੀ ਜੋ 3 ਰਾਜਿਆਂ ਦੀ ਸੇਵਾ ਕਰਦਾ ਸੀ। ਜਿਹੜਾ ਅਈਅਰ ਹੈ ਇਹਦਾ ਅਰਥ ਹੁੰਦਾ ਹੈ ਜੀ ਮੁਖੀ। ਇਹ ਜ਼ਿਮੀਂਦਾਰ ਦੇ ਉੱਚੇ ਸਮਾਜਿਕ ਰੁਤਬੇ ਅਤੇ ਆਗੂ ਵਜੋਂ ਭੂਮਿਕਾ ਨੂੰ ਦਰਸਾਉਂਦਾ ਸੀ। ਵੈਲਨ ਤਮਿਲ ਦੇ ਵਿੱਚ ਕਿਸਾਨ ਨੂੰ ਕਹਿੰਦੇ ਨੇ, ਅਤੇ ਨਾਡੂ ਦਾ ਮਤਲਬ ਹੁੰਦਾ ਜਗ੍ਹਾ, ਇਲਾਕਾ ਜਾਂ ਕੋਈ ਖੇਤਰ, ਜਿਵੇਂ ਤਮਿਲਨਾਡੂ। ਇੱਥੇ ਡੀ ਆਪਸ਼ਨ ਹੈ ਜੀ, ਇਹ ਕੋਈ ਅਵਾਰਡ ਨਹੀਂ ਹੈ, ਇਹਦਾ ਮਤਲਬ ਹੁੰਦਾ ਜਗ੍ਹਾ ਜਾਂ ਇਲਾਕਾ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜਾ ਜਾਂ ਕਿਹੜੇ ਕਥਨ ਲੈਪਸ ਦੇ ਸਿਧਾਂਤ ਦੇ ਸੰਦਰਭ ਵਿੱਚ ਸਹੀ ਹਨ ਜਾਂ ਸਹੀ ਹੈ? ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਅਸੀਂ ਜਾਣਦੇ ਹਾਂ ਕਿ ਜਿਹੜੀ ਲੈਪਸੀ ਨੀਤੀ ਹੈ ਉਹਦੇ ਵਿੱਚ ਕੀ ਸੀ ਕਿ ਜੇਕਰ ਕਿਸੇ ਵੀ ਭਾਰਤੀ ਰਿਆਸਤ ਦਾ ਸ਼ਾਸਕ ਬਿਨਾਂ ਕਿਸੇ ਜਾਇਜ਼ ਵਾਰਸ ਦੇ ਮਰ ਜਾਂਦਾ ਤਾਂ ਉਹਦੀ ਰਿਆਸਤ ਜਿਹੜੀ ਹੈ ਉਹ ਕੰਪਨੀ ਦੇ ਰਾਜ ਵਿੱਚ ਮਿਲਾ ਲਈ ਜਾਂਦੀ ਸੀ। ਇਹਦਾ ਜਿਹੜਾ ਇਹ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਮੁਗਲਾਂ ਦੇ ਸ਼ਾਸਨ ਦੌਰਾਨ ਰੁਤਬਾ, ਤਨਖਾਹ ਅਤੇ ਫੌਜੀ ਜ਼ਿੰਮੇਵਾਰੀਆਂ ਨੂੰ ਨਿਸ਼ਚਿਤ ਕਰਨ ਲਈ ਮੁਗਲਾਂ ਦੁਆਰਾ ਕੀਤੀ ਦਰਜਾਬੰਦੀ ਵਿਵਸਥਾ ਵਿੱਚ ਇਹ ਸਭ ਇੱਕ ਅੰਕਕ ਇਕਾਈ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਸਨ, ਜਿਸ ਨੂੰ ਕਿਹਾ ਜਾਂਦਾ ਸੀ। ਆਪਸ਼ਨ ਹਨ ਜੱਤ, ਜਬਤ, ਜ਼ਿਮੀਂਦਾਰਜ਼ ਅਤੇ ਫਰਮਾਨ। ਮੈਂ ਇਹਨਾਂ ਸਾਰਿਆਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੱਤ ਇੱਕ ਮਨਸਬਦਾਰ ਜਾਂ ਫੌਜੀ ਅਧਿਕਾਰੀ ਦੇ ਨਿੱਜੀ ਦਰਜੇ ਨੂੰ ਦਰਸਾਉਂਦਾ ਸੀ। ਇਹ ਉਸ ਦੇ ਰੁਤਬੇ, ਤਨਖਾਹ ਅਤੇ ਦਰਬਾਰ ਵਿੱਚ ਸਥਿਤੀ ਨੂੰ ਨਿਰਧਾਰਤ ਕਰਦਾ ਸੀ। ਜਬਤ ਦਾ ਮਤਲਬ ਹੁੰਦਾ ਕਿ ਇਹ ਮੁਗਲ ਰਾਜ ਦੇ ਵਿੱਚ ਮਾਲੀਆ ਇਕੱਠਿਆ ਕਰਨ ਦੀ ਪ੍ਰਣਾਲੀ ਸੀ, ਅਤੇ ਜ਼ਿਮੀਂਦਾਰ ਉਹ ਵਿਅਕਤੀ ਸੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ ਅਤੇ ਉਹ ਕਿਸਾਨਾਂ ਤੋਂ ਮਾਲੀਆ ਇਕੱਠਾ ਕਰਦਾ ਸੀ। ਅਤੇ ਫਰਮਾਨ ਦਾ ਮਤਲਬ ਉਹੀ ਹੁੰਦਾ ਹੈ ਕਿ ਇੱਕ ਸ਼ਾਹੀ ਹੁਕਮ ਸੀ ਜਿਹੜਾ ਕਿਸੇ ਵੀ ਬਾਰੇ ਹੋ ਸਕਦਾ ਸੀ, ਜਿਵੇਂ ਜ਼ਮੀਨ ਦੀ ਗਰਾਂਟ ਬਾਰੇ ਜਾਂ ਕਿਸੇ ਵੀ ਘੋਸ਼ਣਾ ਬਾਰੇ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ,
ਭਾਰਤੀ ਇਤਿਹਾਸ ਦੇ ਮੱਧਕਾਲੀ ਸਮੇਂ ਦੌਰਾਨ ਅਵਧ ਰਾਜ ਦਾ ਸੰਸਥਾਪਕ ਕੌਣ ਸੀ? ਆਪਸ਼ਨ ਹਨ ਰਾਜਾ ਅਜੀਤ ਸਿੰਘ, ਬੁਰਹਾਨ ਉਲ ਮੁਲਕ ਸਿਆਦਤ ਖਾਨ, ਨਿਜ਼ਾਮ ਉਲ ਮੁਲਕ ਅਸਫ ਜਾਹ ਜਾਂ ਮੁਰਸ਼ਦ ਕੁਲੀ ਖਾਨ। ਭਾਰਤੀ ਇਤਿਹਾਸ ਦੇ ਮੱਧਕਾਲੀ ਸਮੇਂ ਦੇ ਵਿੱਚ ਜਿਹੜਾ 1722 ਦੇ ਵਿੱਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਸਿਆਦਤ ਖਾਨ ਨੂੰ ਅਵਧ ਦਾ ਸੂਬੇਦਾਰ ਨਿਯੁਕਤ ਕੀਤਾ ਸੀ। ਬਾਅਦ ਵਿੱਚ ਜਦੋਂ ਮੁਗਲ ਰਾਜ ਕਮਜ਼ੋਰ ਹੋ ਗਿਆ ਤਾਂ ਸਿਆਦਤ ਖਾਨ ਨੇ ਆਪਣੀ ਸੁਤੰਤਰ ਰਿਆਸਤ ਨੂੰ ਸਥਾਪਿਤ ਕਰ ਲਿਆ। ਉਹ ਅਵਧ ਦਾ ਪਹਿਲਾ ਨਵਾਬ ਬਣਿਆ। ਉਹਨੇ ਫੈਜ਼ਾਬਾਦ ਨੂੰ ਰਾਜਧਾਨੀ ਬਣਾਇਆ। ਇਹਦਾ ਸਹੀ ਜਵਾਬ ਹੋਏਗਾ ਜੀ ਬੁਰਹਾਨ ਉਲ ਮੁਲਕ ਸਿਆਦਤ ਖਾਨ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਪ੍ਰਾਸ਼ਸਤੀਆਂ ਕੀ ਹਨ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜੀਆਂ ਪ੍ਰਾਸ਼ਸਤੀਆਂ ਨੇ ਇਹ 6ਵੀਂ ਸਦੀ ਦੇ ਵਿੱਚ ਲਿਖੀਆਂ ਗਈਆਂ। ਇਹ ਆਮ ਤੌਰ 'ਤੇ ਸੰਸਕ੍ਰਿਤ ਦੇ ਵਿੱਚ ਸਨ, ਕੁਝ ਖੇਤਰੀ ਭਾਸ਼ਾਵਾਂ ਦੇ ਵਿੱਚ ਵੀ ਸਨ, ਜਿਵੇਂ ਪ੍ਰਾਕ੍ਰਿਤ ਤੇ ਤਾਮਿਲ ਦੇ ਵਿੱਚ ਵੀ ਕੁਝ ਸਾਨੂੰ ਮਿਲਦੀਆਂ ਨੇ। ਇਹ ਵਿਸ਼ੇਸ਼ ਪ੍ਰਕਾਰ ਦੀਆਂ ਕਾਵਿ ਲਿਖਤਾਂ ਸਨ ਜੋ ਪੜ੍ਹੇ ਲਿਖੇ ਬ੍ਰਾਹਮਣਾਂ ਦੁਆਰਾ ਸ਼ਾਸਕਾਂ ਦੀਆਂ ਪ੍ਰਸ਼ੰਸਾ ਦੇ ਵਿੱਚ ਲਿਖੀਆਂ ਗਈਆਂ ਸਨ। ਇਹ ਪੂਰਨ ਤੌਰ 'ਤੇ ਸੱਚ ਨਹੀਂ ਸਨ, ਪਰ ਇਹ ਸਾਨੂੰ ਦੱਸਦੀਆਂ ਸਨ ਕਿ ਉਹਨਾਂ ਸਮਿਆਂ ਦੇ ਸ਼ਾਸਕ ਆਪਣੇ ਆਪ ਨੂੰ ਕਿਵੇਂ ਦਿਖਾਉਣਾ ਚਾਹੁੰਦੇ ਸਨ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਸਵਾਈ ਜੈ ਸਿੰਘ ਦੁਆਰਾ ਪਾਰ ਸੰਸਾਰਕ ਵਸਤੂਆਂ ਯਾਨੀ ਕਿ ਅਰਥ ਤੋਂ ਉੱਪਰ ਵਾਲੀਆਂ ਵਸਤੂਆਂ ਯਾਨੀ ਕਿ ਸੂਰਜ ਚੰਨ ਜਿਹਨੂੰ ਅਸੀਂ ਕਹਿੰਦੇ ਹਾਂ ਦਾ ਨਿਰੀਖਣ ਕਰਨ ਲਈ ਅਲੱਗ-ਅਲੱਗ ਜੰਤਰਾਂ ਵਾਲੀਆਂ ਨਿਰੀਖਣਸ਼ਾਲਾਵਾਂ ਨੂੰ ਕਿਹਾ ਜਾਂਦਾ ਸੀ? ਜੰਤਰ ਮੰਤਰ, ਸੂਬੇਦਾਰੀ, ਇਜਾਰੇਦਾਰੀ ਜਾਂ ਦੀਵਾਨੀ। ਜਿਹੜਾ ਸਵਾਈ ਜੈ ਸਿੰਘ ਸੀ ਇਹ 18ਵੀਂ ਸਦੀ ਦੇ ਵਿੱਚ ਇੱਕ ਪ੍ਰਸਿੱਧ ਸ਼ਾਸਕ ਰਿਹਾ ਅਤੇ ਇਹਨੂੰ ਖਗੋਲ ਵਿਗਿਆਨ ਯਾਨੀ ਕਿ ਆਕਾਸ਼ ਨੂੰ ਦੇਖਣ ਦਾ ਬੜਾ ਸ਼ੌਂਕ ਸੀ। ਖਗੋਲ ਵਿਗਿਆਨ ਦੇ ਵਿੱਚ ਡੂੰਘੀ ਦਿਲਚਸਪੀ ਰੱਖਦਾ ਸੀ। ਇਸ ਕਰਕੇ ਉਸਨੇ ਜੰਤਰ ਮੰਤਰ ਦਾ ਨਿਰਮਾਣ ਕਰਾਇਆ। ਦਿੱਲੀ ਦੇ ਵਿੱਚ, ਜੈਪੁਰ, ਉਜੈਨ, ਮਥੁਰਾ ਅਤੇ ਵਾਰਾਣਸੀ ਦੇ ਵਿੱਚ ਜੰਤਰ ਮੰਤਰ ਨਾਮਕ 5 ਖਗੋਲੀ ਸ਼ਿਲਾਵਾਂ ਦਾ ਨਿਰਮਾਣ ਇਹਨੇ ਕਰਾਇਆ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਜੰਤਰ ਮੰਤਰ। ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ 17ਵੀਂ ਸਦੀ ਵਿੱਚ ਸਿੱਖਾਂ ਦੇ ਇੱਕ ਰਾਜਨੀਤਿਕ ਸਮੁਦਾਇ ਵਿੱਚ ਸੰਗਠਿਤ ਹੋ ਜਾਣ ਦੇ ਦੌਰਾਨ ਕਿਹੜੀ ਵਿਵਸਥਾ ਨੇ ਕਿਸਾਨਾਂ ਨੂੰ ਉਤਪਾਦਨ ਦੇ 20% ਉਤਪਾਦ ਨੂੰ ਟੈਕਸ ਦੇ ਰੂਪ ਵਿੱਚ ਅਦਾਇਗੀ ਕਰਨ ਤੋਂ ਸੁਰੱਖਿਆ ਦਿੱਤੀ? ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਇਹਨੂੰ ਕਹਿੰਦੇ ਸੀ ਰਾਖੀ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਮਰਾਠੀ ਅਖਬਾਰ ਕੇਸਰੀ ਨੂੰ ਸੰਪਾਦਿਤ ਕਿਸਨੇ ਕੀਤਾ? ਆਪਸ਼ਨ ਹਨ ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਬਿਪਨ ਚੰਦਰ ਪਾਲ ਜਾਂ ਮਹਾਤਮਾ ਗਾਂਧੀ। ਜਿਹੜਾ ਮਰਾਠੀ ਅਖਬਾਰ ਹੈ ਇਹ 1881 ਦੇ ਵਿੱਚ ਲੋਕਮਾਨਿਆ ਤਿਲਕ ਦੁਆਰਾ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਅੱਜ ਕੱਲ੍ਹ ਵੀ ਛਪਦਾ ਹੈ। ਮਰਾਠੀ ਕੇਸਰੀ ਮਰਾਠਾ ਟਰੱਸਟ ਦੁਆਰਾ ਇਹ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਬਾਲ ਗੰਗਾਧਰ ਤਿਲਕ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਆ ਜੀ ਹੇਠ ਦਿੱਤਿਆਂ ਦਾ ਮਿਲਾਨ ਕਰੋ। ਰਾਖਵੇਂ ਜੰਗਲ ਜਿਨ੍ਹਾਂ ਨੂੰ ਆਪਾਂ ਰਿਜ਼ਰਵਡ ਫੋਰੈਸਟ ਵੀ ਕਹਿੰਦੇ ਹਾਂ, ਇਹ ਜੰਗਲਾਂ ਅਤੇ ਜੰਗਲੀ ਜੀਵਾਂ ਨੂੰ ਬਚਾਉਣ ਦੇ ਸੰਦਰਭ ਦੇ ਵਿੱਚ ਸਭ ਤੋਂ ਅਹਿਮ ਮੰਨੇ ਜਾਂਦੇ ਨੇ। ਏ ਨੂੰ ਬੁਲਾਵਾਂਗੇ ਅਸੀਂ ਦੂਸਰੇ ਦੇ ਨਾਲ। ਸੁਰੱਖਿਅਤ ਜੰਗਲ ਜਾਂ ਪ੍ਰੋਟੈਕਟਡ ਫੋਰੈਸਟ ਉਹ ਜੰਗਲ ਭੂਮੀਆਂ ਨੇ ਜਿਨ੍ਹਾਂ ਨੂੰ ਹੋਰ ਵਧੇਰੇ ਨੁਕਸਾਨ ਤੋਂ ਸੁਰੱਖਿਅਤ ਕੀਤਾ ਹੁੰਦਾ ਹੈ। ਬੀ ਨੂੰ ਬੁਲਾਵਾਂਗੇ ਅਸੀਂ ਤੀਸਰੇ ਦੇ ਨਾਲ। ਅਣਵਰਗੀ ਜੰਗਲ ਜਾਂ ਅਨਕਲਾਸਡ ਫੋਰੈਸਟ ਉਹ ਜੰਗਲ ਅਤੇ ਵਾਧੂ ਭੂਮੀ ਹੈ ਜੋ ਸਰਕਾਰ ਅਤੇ ਨਿੱਜੀ ਵਿਅਕਤੀਆਂ ਅਤੇ ਸਮੁਦਾਇਆਂ ਨਾਲ ਸੰਬੰਧਿਤ ਹੁੰਦੀ ਹੈ। ਸੀ ਨੂੰ ਬੁਲਾਵਾਂਗੇ ਅਸੀਂ ਪਹਿਲੇ ਦੇ ਨਾਲ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਨਿਮਨਲਿਖਤ ਵਿੱਚੋਂ ਕਿਹੜੀਆਂ ਚਟਾਨਾਂ ਦੀਆਂ ਪਰਤਾਂ ਵਿੱਚ ਖਣਿਜ ਜਮ੍ਹਾਂ ਅਤੇ ਸੰਗ੍ਰਹਿਤ ਹੁੰਦੇ ਹਨ? ਆਪਸ਼ਨ ਹਨ ਸੈਡੀਮੈਂਟਰੀ ਚਟਾਨਾਂ, ਇੰਟਰੂਸਿਵ ਇਗਨੀਓਸ ਚਟਾਨਾਂ, ਮੈਟਾਮੋਰਫਿਕ ਚਟਾਨਾਂ ਜਾਂ ਐਕਸਟਰੂਸਿਵ ਇਗਨੀਓਸ ਚਟਾਨਾਂ। ਪੰਜਾਬੀ ਦੇ ਵਿੱਚ ਸੈਡੀਮੈਂਟਰੀ ਚਟਾਨਾਂ ਨੂੰ ਕਹਿੰਦੇ ਨੇ ਤਹਿਦਾਰ ਚਟਾਨਾਂ। ਇੰਟਰੂਸਿਵ ਇਗਨੀਓਸ ਚਟਾਨਾਂ ਅੰਤਰਵੇਦੀ ਅਗਨੀ ਚਟਾਨਾਂ ਹਨ। ਮੈਟਾਮੋਰਫਿਕ ਚਟਾਨਾਂ ਰੂਪਾਂਤਰਿਤ ਚਟਾਨਾਂ ਹਨ। ਐਕਸਟਰੂਸਿਵ ਇਗਨੀਓਸ ਚਟਾਨਾਂ ਬਾਹਰਵੇਦੀ ਅਗਨੀ ਚਟਾਨਾਂ ਹਨ। ਖਣਿਜ ਚਟਾਨਾਂ ਦੀਆਂ ਪਰਤਾਂ ਦੇ ਵਿੱਚ ਡਿਪੋਜ਼ਿਟ ਹੁੰਦੇ ਨੇ ਸੈਡੀਮੈਂਟਰੀ ਰੌਕਸ ਦੇ ਵਿੱਚ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਕਿਹੜੇ ਅੰਦੋਲਨ ਨੇ ਹਿਮਾਲਿਆ ਖੇਤਰ ਵਿੱਚ ਜੰਗਲਾਂ ਦੀ ਕਟਾਈ ਦਾ ਵਿਰੋਧ ਕੀਤਾ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ ਚਿਪਕੋ ਅੰਦੋਲਨ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। 1973 ਦੇ ਵਿੱਚ ਇਹ ਅੰਦੋਲਨ ਹੋਇਆ ਸੀ। ਉਸ ਵੇਲੇ ਉੱਤਰ ਪ੍ਰਦੇਸ਼ ਦੇ ਵਿੱਚ ਸੀ, ਅੱਜ ਕੱਲ੍ਹ ਇਹ ਉੱਤਰਾਖੰਡ ਦੇ ਵਿੱਚ ਹਿਮਾਲਿਆ ਖੇਤਰ ਸਥਿਤ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਕਿਹੜੇ ਉਦਯੋਗ ਵਿੱਚ ਸਥਾਨਕ ਕੱਚੇ ਮਾਲ ਦੀ ਵਰਤੋਂ ਨਾਲ ਅਰਧ ਨਿਪੁੰਨ ਮਜ਼ਦੂਰਾਂ ਨਾਲ ਉਤਪਾਦਨ ਕਰਨਾ ਅਤੇ ਸਥਾਨਕ ਖਰੀਦ ਸ਼ਕਤੀ ਨੂੰ ਵਧਾਉਣਾ ਜੁੜਿਆ ਹੋਇਆ ਹੈ? ਆਪਸ਼ਨ ਹਨ ਘਰੇਲੂ ਉਦਯੋਗ, ਛੋਟੇ ਪੱਧਰ ਦੇ ਉਦਯੋਗ, ਵੱਡੇ ਪੱਧਰ ਦੇ ਉਦਯੋਗ ਅਤੇ ਖਣਿਜ ਆਧਾਰਿਤ ਉਦਯੋਗ। ਹੁਣ ਇੱਥੇ ਪ੍ਰਸ਼ਨ ਦੇ ਵਿੱਚ ਸਥਾਨਕ ਕੱਚੇ ਮਾਲ ਦੀ ਵਰਤੋਂ ਕਰਨੀ ਹੈ। ਖਣਿਜ ਆਧਾਰਿਤ ਉਦਯੋਗ ਇਹ ਨਹੀਂ ਹੋ ਸਕਦੇ ਅਤੇ ਵੱਡੇ ਪੱਧਰ ਦੇ ਉਦਯੋਗ ਵੀ ਨਹੀਂ ਹੋ ਸਕਦੇ ਕਿਉਂਕਿ ਲਾਰਜ ਸਕੇਲ ਇੰਡਸਟਰੀ ਜਿਹੜੀ ਹੈ ਉਹਦੇ ਵਿੱਚ ਅਰਧ ਨਿਪੁੰਨ ਮਜ਼ਦੂਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਘਰੇਲੂ ਉਦਯੋਗ ਘਰਾਂ ਦੇ ਨਾਲ ਸੰਬੰਧਿਤ ਹੁੰਦੇ ਆ ਅਤੇ ਛੋਟੇ ਪੱਧਰ ਦੇ ਉਦਯੋਗ ਜਿਹੜੇ ਨੇ ਉਹ
ਸਥਾਨਕ ਕੱਚੇ ਮਾਲ ਦੀ ਵਰਤੋਂ ਕਰਕੇ ਅਰਧ ਨਿਪੁੰਨ ਮਜ਼ਦੂਰਾਂ ਨਾਲ ਉਤਪਾਦਨ ਕਰਦੇ ਨੇ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜੀ ਬੰਦਰਗਾਹ ਅਜਿਹੀ ਸੰਗ੍ਰਹਿ ਕਲੈਕਸ਼ਨ ਸੈਂਟਰ ਇਕਾਈ ਦੇ ਤੌਰ ਤੇ ਕੰਮ ਕਰਦੀ ਹੈ ਜਿੱਥੇ ਦੂਸਰੇ ਦੇਸ਼ਾਂ ਤੋਂ ਨਿਰਯਾਤ ਲਈ ਵਸਤਾਂ ਲਿਆਂਦੀਆਂ ਜਾਂਦੀਆਂ ਹਨ? ਆਪਸ਼ਨ ਹਨ ਪੈਕਟ ਸਟੇਸ਼ਨ, ਪੋਰਟਸ ਆਫ ਕਾਲ, ਨੇਵਲ ਪੋਰਟਸ ਜਾਂ ਐਂਟਰੀ ਪੋਰਟ। ਜਿਹੜਾ ਪੈਕਟ ਸਟੇਸ਼ਨ ਹੁੰਦਾ ਹੈ ਇਹ ਛੋਟੇ ਡਿਸਟੈਂਸ ਵਾਸਤੇ ਆਮ ਤੌਰ ਤੇ ਇਹਨੂੰ ਫੈਰੀ ਪੋਰਟਸ ਵੀ ਕਹਿੰਦੇ ਨੇ। ਆਮ ਤੌਰ ਤੇ ਇਹਦੇ ਵਿੱਚ ਪੈਸੰਜਰ ਜਾਂ ਮੇਲ ਟਰਾਂਸਪੋਰਟ ਹੁੰਦੇ ਨੇ। ਪੋਰਟਸ ਆਫ ਕਾਲ ਜਿਹੜਾ ਹੈ ਇਹਦੇ ਵਿੱਚ ਲੰਬੇ ਸੀ ਰੂਟ ਦੇ ਵਿੱਚ ਜਹਾਜ਼ਾਂ ਨੂੰ ਰੀਫਿਊਲ ਕਰਨ ਵਾਸਤੇ ਪੋਰਟਸ ਆਫ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦੇ ਵਿੱਚ ਪੈਸੰਜਰ ਵੀ ਜਾਂਦੇ ਨੇ, ਪਰ ਜਿਹੜਾ ਨੇਵਲ ਪੋਰਟਸ ਹੈ ਇਹਦੇ ਵਿੱਚ ਸਿਰਫ ਨੇਵੀ ਵਾਸਤੇ ਇਹ ਰਿਜ਼ਰਵ ਹੁੰਦਾ ਹੈ, ਨੇਵੀ ਦੇ ਵਾਰਸ਼ਿਪ ਵਗੈਰਾ ਇਹਦੇ ਵਿੱਚ ਹੁੰਦੇ ਨੇ। ਅਤੇ ਜਿਹੜਾ ਐਂਟਰੀ ਪੋਰਟਸ ਹੈ ਇਹ ਇੱਕ ਅਜਿਹਾ ਕਲੈਕਸ਼ਨ ਪੁਆਇੰਟ ਹੁੰਦਾ ਹੈ ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਨਿਰਯਾਤ ਲਈ ਵਸਤੂਆਂ ਲਿਆਂਦੀਆਂ ਜਾਂਦੀਆਂ ਹਨ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਮਨੁੱਖੀ ਵਿਕਾਸ ਦੀਆਂ ਪਹੁੰਚ ਵਿਧੀਆਂ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈ? ਏ, ਬੀ, ਸੀ ਅਤੇ ਡੀ। ਇਹਨਾਂ ਆਪਸ਼ਨਾਂ ਦੇ ਵਿੱਚ ਅਪਰੋਚਸ ਟੂ ਹਿਊਮਨ ਡਿਵੈਲਪਮੈਂਟ ਦੀਆਂ 4 ਅਪਰੋਚਾਂ ਦਿੱਤੀਆਂ ਨੇ। ਏ ਆਪਸ਼ਨ ਦੇ ਵਿੱਚ ਆਮਦਨ ਪਹੁੰਚ ਵਿਧੀ ਦੱਸੀ ਗਈ ਹੈ। ਬੀ ਆਪਸ਼ਨ ਕਲਿਆਣਕਾਰੀ ਪਹੁੰਚ ਵਿਧੀ। ਸੀ ਦੇ ਵਿੱਚ ਮੁੱਢਲੀਆਂ ਜ਼ਰੂਰਤਾਂ ਵਾਲੀ ਬੇਸਿਕ ਨੀਡ ਦੀ ਪਹੁੰਚ ਵਿਧੀ ਹੈ ਅਤੇ ਡੀ ਆਪਸ਼ਨ ਕਾਬਲੀਅਤ ਪਹੁੰਚ ਵਿਧੀ ਹੈ। ਹੁਣ ਇਹਦੇ ਵਿੱਚ ਅਸੀਂ ਦੱਸਣਾ ਕਿ ਕਿਹੜਾ ਕਥਨ ਗਲਤ ਹੈ। ਜਿਹੜੀ ਕੈਪੇਬਿਲਿਟੀ ਅਪਰੋਚ ਹੈ, ਕਾਬਲੀਅਤ ਪਹੁੰਚ ਵਿਧੀ, ਇਹ ਪ੍ਰੋਫੈਸਰ ਅਮਰਤਿਆ ਸੇਨ ਨਾਲ ਸੰਬੰਧਿਤ ਹੈ, ਪਰ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਵੈਲਫੇਅਰ ਅਪਰੋਚ ਨੂੰ ਪ੍ਰੋਫੈਸਰ ਅਮਰਤਿਆ ਸੇਨ ਨਾਲ ਸੰਬੰਧਿਤ ਕਿਹਾ ਗਿਆ ਹੈ। ਬੀ ਆਪਸ਼ਨ ਗਲਤ ਹੈ ਜੀ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਬੀ ਆਪਸ਼ਨ। ਅੱਗੇ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜਾ ਲੋਹਮਈ ਖਣਿਜ ਹੈ? ਆਪਸ਼ਨ ਹਨ ਲਾਈਮਸਟੋਨ, ਅਬਰਕ, ਮੈਗਨੀਜ਼ ਅਤੇ ਜਿਪਸਮ। ਜਿਹੜਾ ਫੈਰਸ ਮਿਨਰਲ ਹੈ ਇਹ ਮੈਗਨੀਜ਼ ਹੈ, ਇਹਦੀ ਵਰਤੋਂ ਸਟੀਲ ਬਣਾਉਣ ਦੇ ਵਿੱਚ ਵੀ ਕੀਤੀ ਜਾਂਦੀ ਹੈ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜਾ ਵਾਤਾਵਰਨ ਉਪਯੋਗੀ ਸਵੈ ਚਾਲਕ ਵਾਹਨਾਂ ਦਾ ਬਾਲਣ ਹੈ ਜੋ ਘੱਟ ਪ੍ਰਦੂਸ਼ਣ ਕਰਦਾ ਹੈ? ਆਪਸ਼ਨ ਹਨ ਪੈਟਰੋਲੀਅਮ, ਡੀਜ਼ਲ, ਕੰਪਰੈਸ ਨੈਚੁਰਲ ਗੈਸ, CNG ਜਾਂ ਕੋਲਾ। ਇਹਨਾਂ ਦੇ ਵਿੱਚੋਂ CNG, ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਜਦੋਂ ਕੋਈ ਅਧਿਆਪਕ ਵਸਤਾਂ ਅਤੇ ਘਟਨਾਵਾਂ ਦਾ ਬਹੁਤ ਹੀ ਇੰਟਰਸਟਿੰਗ ਤਰਤੀਬ ਦੇ ਨਾਲ ਸਾਰਣੀਕਰਨ ਕਰਕੇ ਸ਼ਬਦਿਕ ਸੰਗ੍ਰਹਿ ਤਿਆਰ ਕਰਦਾ ਹੈ ਤਾਂ ਕਿਹੜੀ ਅਧਿਆਪਨ ਰਣਨੀਤੀ ਉਪਯੋਗ ਕੀਤੀ ਜਾਂਦੀ ਹੈ? ਆਪਸ਼ਨ ਹੈ ਬਿਰਤਾਂਤ ਰਣਨੀਤੀ, ਭੂਮਿਕਾ ਨਿਭਾਉਣਾ ਰਣਨੀਤੀ, ਮਿਲਵਰਤਨ ਰਣਨੀਤੀ ਜਾਂ ਨਾਟਕਕਾਰੀ ਰਣਨੀਤੀ। ਭੂਮਿਕਾ ਨਿਭਾਉਣਾ ਰਣਨੀਤੀ ਜਿਹੜੀ ਆ ਰੋਲ ਪਲੇਇੰਗ ਰਣਨੀਤੀ ਹੁੰਦੀ ਹੈ ਅਤੇ ਨਾਟਕਕਾਰੀ ਨੀਤੀ ਜਿਹੜੀ ਆ ਡਰਾਮਾਟਾਈਜੇਸ਼ਨ ਰਣਨੀਤੀ ਹੁੰਦੀ ਹੈ। ਮਿਲਵਰਤਨ ਰਣਨੀਤੀ ਦੇ ਵਿੱਚ ਬੱਚੇ ਨਾਲ ਮਿਲ ਕੇ ਪੜ੍ਹਦੇ ਨੇ ਅਤੇ ਜਿਹੜੀ ਸਭ ਤੋਂ ਪਹਿਲੀ ਨੀਤੀ ਇੱਥੇ ਦੱਸੀ ਹੈ ਬਿਰਤਾਂਤ ਰਣਨੀਤੀ, ਜਿਹਨੂੰ ਨਰੇਟਿਵ ਸਟ੍ਰੈਟਜੀ ਕਹਿੰਦੇ ਨੇ, ਇਹਦੇ ਵਿੱਚ ਅਧਿਆਪਕ ਵਸਤਾਂ ਅਤੇ ਘਟਨਾਵਾਂ ਦਾ ਤਰਤੀਬਵਾਰ ਬੜੀ ਇੰਟਰਸਟਿੰਗ ਵੇ ਦੇ ਨਾਲ ਉਹਦੀ ਕਲੈਕਸ਼ਨ ਕਰਕੇ ਅਤੇ ਵਰਬਲ ਅਕਾਊਂਟ ਸ਼ਬਦਿਕ ਸੰਗ੍ਰਹਿ ਤਿਆਰ ਕਰਦਾ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਸਮਾਜਿਕ ਵਿਗਿਆਨ ਦੇ ਅਧਿਆਪਨ ਨਾਲ ਉਹ ਕਿਹੜਾ ਮੁੱਲ ਵੈਲਿਊ ਅਪਣਾਇਆ ਜਾਂਦਾ ਹੈ ਜਿਹੜਾ ਕਿਸੇ ਸਮਾਜ ਵਿੱਚ ਕਿਸੇ ਖਾਸ ਸਮੇਂ 'ਤੇ ਵਿਭਿੰਨ ਕਿੱਤਿਆਂ ਅਤੇ ਕਾਰੋਬਾਰਾਂ ਲਈ ਰਸਤੇ ਅਤੇ ਦਾਖਲਾ ਯਾਨੀ ਕਿ ਐਂਟਰੀ ਪ੍ਰਦਾਨ ਕਰਦਾ ਹੈ? ਆਪਸ਼ਨ ਹਨ ਅਨੁਸ਼ਾਸਨੀ ਮੁੱਲ, ਵਿਹਾਰਕ ਮੁੱਲ, ਕਿੱਤਾ ਮੁਖੀ ਮੁੱਲ ਜਾਂ ਰਾਜਨੀਤਿਕ ਮੁੱਲ। ਇੱਥੇ ਵੱਖ-ਵੱਖ ਵੈਲਿਊਜ਼ ਦੀ ਗੱਲ ਕੀਤੀ ਗਈ ਹੈ। ਰਾਜਨੀਤਿਕ ਵੈਲਿਊ, ਪੋਲੀਟੀਕਲ ਵੈਲਿਊ, ਪ੍ਰੈਕਟੀਕਲ ਵੈਲਿਊ, ਵੋਕੇਸ਼ਨਲ ਵੈਲਿਊ ਅਤੇ ਅਨੁਸ਼ਾਸਨ ਦੀਆਂ ਵੈਲਿਊਜ਼। ਇੱਥੇ ਵਿਭਿੰਨ ਕਿੱਤਿਆਂ ਅਤੇ ਕਾਰੋਬਾਰਾਂ ਲਈ ਦਾਖਲਾ ਪ੍ਰਦਾਨ ਕਰਨ ਵਾਸਤੇ ਪੁੱਛਿਆ ਗਿਆ ਹੈ। ਇਹਦਾ ਸਹੀ ਜਵਾਬ ਹੋਏਗਾ ਜੀ ਕਿੱਤਾ ਮੁਖੀ ਮੁੱਲ ਜਾਂ ਵੋਕੇਸ਼ਨਲ ਵੈਲਿਊ। ਸੀ ਆਪਸ਼ਨ ਬਿਲਕੁਲ ਸਹੀ ਹੋਏਗਾ ਜੀ। ਅੱਗੇ ਹੈ ਜੀ, ਇਤਿਹਾਸ ਦਾ ਅਧਿਆਪਕ ਕਿਸੇ ਖਾਸ ਰਾਜਵੰਸ਼ ਨਾਲ ਸੰਬੰਧਿਤ ਵਿਭਿੰਨ ਬਾਦਸ਼ਾਹਾਂ ਦੇ ਅਧੀਨ ਵਿਭਿੰਨ ਖੇਤਰਾਂ ਵਿੱਚ ਹੋਏ ਵਿਕਾਸ ਦਾ ਤੁਲਨਾਤਮਕ ਖਾਤਾ ਤਿਆਰ ਕਰਨਾ ਚਾਹੁੰਦਾ ਹੈ। ਜਮਾਤ ਵਿੱਚ ਵਰਤੇ ਜਾਣ ਦੇ ਸੰਦਰਭ ਦੇ ਵਿੱਚ ਕਿਹੜੀ ਅਧਿਆਪਨ ਪੱਧਤੀ ਸਭ ਤੋਂ ਢੁਕਵੀਂ ਹੈ? ਆਪਸ਼ਨ ਹਨ ਸਮਾਂ ਸਾਰਣੀ, ਟਾਈਮਲਾਈਨ, ਸਮਾਗ੍ਰਾਫ ਜਾਂ ਵਿਚਾਰ ਵਟਾਂਦਰਾ। ਜਿਹੜੀ ਟਾਈਮਲਾਈਨ ਆ ਇਹ ਕ੍ਰੋਨੋਲੋਜੀਕਲ ਕਾਲਕ੍ਰਮ ਦੇ ਅਨੁਸਾਰ ਜੇਕਰ ਦੱਸਣਾ ਹੋਵੇ ਤਾਂ ਟਾਈਮਲਾਈਨ ਬੈਸਟ ਹੈ। ਇੱਥੇ ਸਮਾਂ ਸਾਰਣੀ ਯਾਨੀ ਕਿ ਟਾਈਮ ਚਾਰਟ ਸਹੀ ਰਹੇਗਾ ਕਿਉਂਕਿ ਇੱਥੇ ਵੱਖ-ਵੱਖ ਰਾਜਿਆਂ ਦੇ ਟਾਈਮ ਪੀਰੀਅਡ ਨੂੰ, ਉਹਨਾਂ ਦੇ ਰਾਜ ਦਾ ਟਾਈਮ ਪੀਰੀਅਡ ਜਿਹੜਾ ਕਦੋਂ ਤੋਂ ਕਦੋਂ ਤੱਕ ਇਹ ਦੱਸਣਾ ਹੈ, ਇਹਦੇ ਵਾਸਤੇ ਸਮਾਂ ਸਾਰਣੀ ਬਿਲਕੁਲ ਬੈਸਟ ਹੈ ਜੀ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਗਲੈਸਰ ਦੁਆਰਾ ਦਿੱਤੀ ਗਈ ਤਰਤੀਬ ਦੇ ਅਨੁਸਾਰ ਜਮਾਤ ਵਿੱਚ ਅੰਤਰ ਕਿਰਿਆਵਾਂ ਕਲਾਸਰੂਮ ਐਕਟੀਵਿਟੀਜ਼ ਦੀ ਗੱਲ ਕੀਤੀ ਹੈ। ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜਾ ਗਲੈਸਰ ਹੈ ਇੱਕ ਐਜੂਕੇਸ਼ਨਲ ਸਾਈਕੋਲੋਜੀ ਦਾ ਐਕਸਪਰਟ ਹੈ। ਉਹਨੇ ਕਲਾਸਰੂਮ ਐਕਟੀਵਿਟੀ ਬਾਰੇ ਇੱਕ ਮਾਡਲ ਤਿਆਰ ਕੀਤਾ। ਉਹਦੇ ਵਿੱਚ ਸਭ ਤੋਂ ਪਹਿਲਾਂ ਉਹਦਾ ਸਟੈਪ ਇਹ ਹੈ ਕਿ ਸਿੱਖਿਆ ਉਦੇਸ਼ ਤਿਆਰ ਕਰਨਾ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਕੀ ਹੈ, ਹਦਾਇਤ ਟੀਚਿਆਂ ਨੂੰ ਤਿਆਰ ਕਰਨਾ। ਇੰਸਟਰਕਸ਼ਨਲ ਉਦੇਸ਼ ਸਾਨੂੰ ਪਤਾ ਹੋਣੇ ਚਾਹੀਦੇ ਆ ਕਿ ਅਸੀਂ ਟੀਚੇ ਮਿਥ ਲਈ ਕਿ ਅਸੀਂ ਬੱਚਿਆਂ ਨੂੰ ਕੀ ਸਿਖਾਉਣਾ ਹੈ। ਉਸ ਤੋਂ ਬਾਅਦ ਕੀ ਹੈ,
ਐਂਟਰੀ ਬਿਹੇਵੀਅਰ ਅਸੈਸਮੈਂਟ। ਦੂਜੇ ਨੰਬਰ ਤੇ ਅਸੀਂ ਕਰਨਾ ਹੈ ਕਿ ਦਾਖਲੇ ਵੇਲੇ ਵਿਵਹਾਰ ਦਾ ਨਿਰੀਖਣ ਕਰਨਾ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਕੀ ਆਉਂਦਾ ਹੈ, ਵਿਦਿਆਰਥੀ ਕੀ ਜਾਣਦੇ ਨੇ। ਉਸ ਤੋਂ ਬਾਅਦ ਤੀਸਰਾ ਸਟੈਪ ਹੁੰਦਾ ਹੈ ਜੀ ਇੰਸਟਰਕਸ਼ਨਲ ਪ੍ਰੋਸੀਜਰ, ਯਾਨੀ ਕਿ ਹਦਾਇਤ ਪ੍ਰਕਿਰਿਆਵਾਂ ਸਿਖਾਉਣ ਲਈ ਢੰਗ ਅਪਣਾਉਣੇ। ਤੇ ਸਭ ਤੋਂ ਲਾਸਟ ਦੇ ਵਿੱਚ ਹੁੰਦਾ ਹੈ ਜੀ ਕਾਰਜਕਾਰੀ ਦਾ ਨਿਰੀਖਣ ਕਿ ਵਿਦਿਆਰਥੀਆਂ ਨੇ ਕੀ ਸਿੱਖਿਆ ਤੇ ਉਹਨਾਂ ਨੂੰ ਕਿੰਨਾ ਕੁ ਸਮਝ ਆਇਆ, ਯਾਨੀ ਕਿ ਆਪਾਂ ਅਸੈਸਮੈਂਟ ਕਰਨੀ ਹੈ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਜਿਹੜਾ ਬੀ ਆਪਸ਼ਨ ਹੈ, ਜਿਹਦੇ ਵਿੱਚ ਦੂਜਾ ਪੁਆਇੰਟ ਪਹਿਲਾਂ ਕਰਨਾ, ਫਿਰ ਤੀਸਰਾ, ਫਿਰ ਪਹਿਲਾ ਤੇ ਫਿਰ ਚੌਥਾ, ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਉਹ ਹਦਾਇਤ ਯਾਨੀ ਕਿ ਇੰਸਟਰਕਸ਼ਨ ਜਿਹੜੀ ਵਿਭਿੰਨ ਪ੍ਰਕਾਰ ਦੇ ਸਿੱਖਿਆਰਥੀਆਂ ਅਤੇ ਸਿੱਖਿਆ ਢੰਗਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਉਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਹਨ ਵਿਭਿੰਨਤਾ, ਅਧਿਆਪਕ ਕੇਂਦਰਿਤ, ਸਿੱਧੀ ਹਦਾਇਤ ਜਾਂ ਭਾਸ਼ਣ ਵਿਧੀ। ਇਸ ਤਰ੍ਹਾਂ ਦੀ ਹਦਾਇਤ ਨੂੰ ਕਹਿੰਦੇ ਨੇ, ਇਸ ਤਰ੍ਹਾਂ ਦੇ ਇੰਸਟਰਕਸ਼ਨ ਨੂੰ ਕਹਿੰਦੇ ਨੇ ਵਿਭਿੰਨਤਾ, ਜਿਹੜੇ ਵੱਖ-ਵੱਖ ਵਿਦਿਆਰਥੀਆਂ ਤੇ ਵੱਖ-ਵੱਖ ਸਿੱਖਿਆ ਢੰਗ ਨੂੰ ਨਾਲ ਲੈ ਕੇ ਚੱਲਦੀ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ ਸਮਾਜਿਕ ਵਿਗਿਆਨ ਦੇ ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਵਿੱਚ ਨਿਮਨਲਿਖਤ ਵਿੱਚੋਂ ਕਿਹੜੇ ਢੰਗ ਪਹਾੜੀ ਇਲਾਕਿਆਂ ਅਤੇ ਭੂਗੋਲਿਕ ਇਮਾਰਤਾਂ ਦੇ ਸੈਰ ਸਪਾਟੇ ਦੀ ਇਜਾਜ਼ਤ ਦਿੰਦੇ ਹਨ? ਆਪਸ਼ਨ ਹਨ ਪ੍ਰਯੋਗਵਾਦੀ ਸਿੱਖਣ ਪ੍ਰਕਿਰਿਆ, ਦਿਮਾਗੀ ਫੁਰਨੇ, ਪਲਟਵੀਂ ਸਿੱਖਣ ਪ੍ਰਕਿਰਿਆ ਜਾਂ ਵਿਭਿੰਨ ਸਿੱਖਣ ਪ੍ਰਕਿਰਿਆ। ਇਸ ਤਰ੍ਹਾਂ ਦੀ ਸਿੱਖਣ ਪ੍ਰਕਿਰਿਆ ਜਿਹਦੇ ਵਿੱਚ ਐਜੂਕੇਸ਼ਨਲ ਟੂਰ ਲੈ ਕੇ ਜਾਂਦੇ ਆ, ਇਹਨਾਂ ਨੂੰ ਅਸੀਂ ਕਹਾਂਗੇ ਪ੍ਰਯੋਗਵਾਦੀ ਸਿੱਖਣ ਪ੍ਰਕਿਰਿਆ, ਐਕਸਪੈਰੀਮੈਂਟਲ ਲਰਨਿੰਗ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਇਕਾਤਮਕ ਸਰਕਾਰ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈ? ਆਪਸ਼ਨ ਹਨ ਜਾਂ ਤਾਂ ਸਰਕਾਰ ਦਾ ਇੱਕੋ ਪੱਧਰ ਹੁੰਦਾ ਹੈ ਅਤੇ ਜਾਂ ਲਘੂ ਇਕਾਈਆਂ ਕੇਂਦਰ ਸਰਕਾਰ ਦੇ ਅਧੀਨ ਹੁੰਦੀਆਂ ਹਨ। ਦੂਸਰਾ ਆਪਸ਼ਨ ਹੈ ਜੀ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਹੁਕਮ ਜਾਰੀ ਕਰ ਸਕਦੀ ਹੈ। ਤੀਸਰਾ ਹੈ ਜੀ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਕੁਝ ਵੀ ਕਰਨ ਲਈ ਹੁਕਮ ਜਾਰੀ ਨਹੀਂ ਕਰ ਸਕਦੀ। ਡੀ ਆਪਸ਼ਨ ਹੈ ਜੀ ਸੂਬੇ ਦੀ ਸਰਕਾਰ ਕੇਂਦਰ ਦੇ ਸੰਰਖਣ ਦੇ ਵਿੱਚ ਹੁੰਦੀ ਹੈ। ਜਿਹੜੀ ਇਕਾਤਮਕ ਸਰਕਾਰ ਹੁੰਦੀ ਹੈ ਇਹ ਯੂਨਿਟਰੀ ਗਵਰਨਮੈਂਟ ਹੁੰਦੀ ਹੈ। ਯੂਨਿਟਰੀ ਗਵਰਨਮੈਂਟ ਦੇ ਵਿੱਚ ਜਿਹੜੀਆਂ ਸਾਰੀਆਂ ਪਾਵਰਾਂ ਨੇ ਉਹ ਕੇਂਦਰ ਦੇ ਅਧੀਨ ਹੁੰਦੀਆਂ ਨੇ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਜਿਹੜਾ ਸੀ ਆਪਸ਼ਨ ਹੈ ਕਿ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਕੁਝ ਵੀ ਕਰਨ ਲਈ ਹੁਕਮ ਜਾਰੀ ਨਹੀਂ ਕਰ ਸਕਦੀ, ਇਹ ਗਲਤ ਹੈ ਜੀ। ਇਸ ਤਰ੍ਹਾਂ ਦੀਆਂ ਸਰਕਾਰਾਂ ਜਾਪਾਨ ਦੇ ਵਿੱਚ ਤੇ ਚਾਈਨਾ ਦੇ ਵਿੱਚ ਤੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਹਨ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਨਿਮਨਲਿਖਤ ਵਿੱਚੋਂ ਕਿਹੜਾ ਜਾਂ ਕਿਹੜੇ ਕੇਂਦਰ ਸੂਚੀ ਵਿੱਚ ਦਰਜ ਹਨ? ਆਪਸ਼ਨ ਹਨ ਪੁਲਿਸ, ਵਪਾਰ, ਖੇਤੀਬਾੜੀ ਜਾਂ ਰੱਖਿਆ। ਜਿਹੜੀ ਯੂਨੀਅਨ ਲਿਸਟ ਹੈ ਸੰਵਿਧਾਨ ਦੇ 7th ਸ਼ੈਡਿਊਲ ਦੇ ਵਿੱਚ ਇਹ ਸਾਰਾ ਕੁਝ ਦਰਜ ਕੀਤਾ ਹੋਇਆ ਜੀ। ਯੂਨੀਅਨ ਲਿਸਟ ਦੇ ਵਿੱਚ ਰੱਖਿਆ ਆਉਂਦੀ ਹੈ, ਇਸੇ ਤਰ੍ਹਾਂ ਬੀਮਾ ਵੀ ਯੂਨੀਅਨ ਲਿਸਟ ਦੇ ਵਿੱਚ ਆਉਂਦਾ ਹੈ, ਡਾਕ ਵਿਭਾਗ ਵੀ ਯੂਨੀਅਨ ਲਿਸਟ ਦੇ ਵਿੱਚ ਆਉਂਦਾ, ਤੇ ਜਿਹੜੀ ਸਟੇਟ ਲਿਸਟ ਹੈ ਉਹਦੇ ਵਿੱਚ ਆਉਂਦਾ ਜੀ ਪੁਲਿਸ, ਵਪਾਰ, ਖੇਤੀਬਾੜੀ। ਤੇ ਇੱਕ ਕੰਕਰੈਂਟ ਲਿਸਟ ਹੈ ਜਿਹੜੀ ਦੋਵਾਂ ਦੀ ਸਮਵਰਤੀ ਸੂਚੀ ਹੈ, ਉਹਦੇ ਵਿੱਚ ਸਿੱਖਿਆ ਆਉਂਦੀ ਹੈ ਤੇ ਹੋਰ ਕੁਝ ਚੀਜ਼ਾਂ ਆਉਂਦੀਆਂ ਨੇ। 100 ਦੇ ਕਰੀਬ ਯੂਨੀਅਨ ਲਿਸਟ ਦੇ ਵਿੱਚ ਨੇ, 61 ਦੇ ਕਰੀਬ ਜਿਹੜੀਆਂ ਨੇ ਉਹ ਸਟੇਟ ਲਿਸਟ ਦੇ ਵਿੱਚ, 52 ਦੇ ਕਰੀਬ ਸਮਵਰਤੀ ਲਿਸਟ ਦੇ ਵਿੱਚ ਨੇ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਡੀ ਆਪਸ਼ਨ ਜਿਹੜੀ ਰੱਖਿਆ ਹੈ, ਡਿਫੈਂਸ ਹੈ, ਉਹ ਕੇਂਦਰ ਦੀ ਸੂਚੀ ਦੇ ਵਿੱਚ ਦਰਜ ਹੈ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਸਕਰੀਨ ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਜਦੋਂ ਕੋਈ ਉਸ ਪਾਰਟੀ ਤੋਂ ਟੁੱਟ ਕੇ ਜਿਸ ਦੀ ਨੁਮਾਇੰਦਗੀ ਵਿੱਚ ਉਹ ਵੋਟਾਂ ਵਿੱਚ ਜਿੱਤ ਕੇ ਕਿਸੇ ਵਿਧਾਨ ਪਾਲਿਕਾ ਲਈ ਚੁਣਿਆ ਗਿਆ ਹੋਵੇ ਕਿਸੇ ਹੋਰ ਪਾਰਟੀ ਨਾਲ ਜੁੜ ਜਾਵੇ, ਇਸ ਨੂੰ ਕੀ ਕਹਿੰਦੇ ਹਨ? ਆਪਸ਼ਨ ਹਨ ਦਲ ਤਿਆਗ, ਹਲਫਨਾਮਾ, ਘੋਸ਼ਣਾ ਜਾਂ ਪ੍ਰਾਰਥਨਾ। ਇਸ ਨੂੰ ਕਹਿੰਦੇ ਨੇ ਜੀ ਦਲ ਤਿਆਗ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹਾਲ ਹੀ ਵਿੱਚ ਨਿਮਨਲਿਖਤ ਵਿੱਚੋਂ ਕਿਹੜੀ ਪਾਰਟੀ ਦੀ ਰਾਸ਼ਟਰੀ ਮਾਨਤਾ ਰੱਦ ਕੀਤੀ ਗਈ ਹੈ? ਆਪਸ਼ਨ ਹਨ ਆਲ ਇੰਡੀਆ ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ, ਮਾਰਕਸਿਸਟ ਜਾਂ ਬਹੁਜਨ ਸਮਾਜ ਪਾਰਟੀ। ਇਸ ਵੇਲੇ 6 ਸਾਡੇ ਕੋਲ ਨੈਸ਼ਨਲ ਪਾਰਟੀਆਂ ਨੇ। ਇਹਨਾਂ ਦੇ ਵਿੱਚ ਕਾਂਗਰਸ, ਬੀਜੇਪੀ, ਕਮਿਊਨਿਸਟ ਪਾਰਟੀ ਆਫ ਇੰਡੀਆ, ਬਹੁਜਨ ਸਮਾਜ ਪਾਰਟੀ ਤੇ ਨੈਸ਼ਨਲ ਪੀਪਲ ਪਾਰਟੀ ਆਫ ਇੰਡੀਆ ਜਿਹੜੀ ਮੇਘਾਲਿਆ ਤੋਂ ਆਪਰੇਟ ਕਰਦੀ ਹੈ ਉਹ ਹੈ ਜੀ। ਜਿਹੜੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਹੈ ਇਹ ਨੈਸ਼ਨਲ ਲਿਸਟ ਦੇ ਵਿੱਚ ਜਾਂ ਨੈਸ਼ਨਲ ਪਾਰਟੀ ਨਹੀਂ ਹੈ ਜੀ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਵਿਸ਼ਵੀਕਰਨ ਦੇ ਗਲੋਬਲਾਈਜੇਸ਼ਨ ਦੇ ਸੰਦਰਭ ਦੇ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਸਹੀ ਹੈ? ਆਪਸ਼ਨ ਹਨ ਵਿਸ਼ਵੀਕਰਨ ਕੇਵਲ ਵਸਤਾਂ ਦੀ ਹਿਲਜੁਲ ਹੀ ਹੈ, ਵਿਸ਼ਵੀਕਰਨ ਕੀਮਤਾਂ ਦੇ ਮਤਭੇਦ ਨਾਲ ਨਹੀਂ ਜੁੜਿਆ ਹੈ, ਵਿਸ਼ਵੀਕਰਨ ਵਿਸ਼ਵ ਪੱਧਰੀ ਅੰਤਰ ਸੰਪਰਕਾਂ ਦੇ ਬਾਰੇ ਵਿੱਚ ਹੈ ਅਤੇ ਸੇਵਾਵਾਂ ਵਿਸ਼ਵੀਕਰਨ ਦਾ ਮਹੱਤਵਹੀਣ ਪਹਿਲੂ ਹਨ। ਜਿਹੜਾ ਗਲੋਬਲਾਈਜੇਸ਼ਨ ਹੈ ਇਹਦੇ ਵਿੱਚ ਵਿਸ਼ਵ ਪੱਧਰੀ ਅੰਤਰ ਸੰਪਰਕਾਂ, ਜਿਹਨੂੰ ਆਪਾਂ ਇੰਟਰ ਕਨੈਕਟਡਨੈਸ ਕਹਾਂਗੇ, ਇਹਦੇ ਬਾਰੇ ਵਿਸ਼ਵੀਕਰਨ ਹੈ ਜੀ। ਗਲੋਬਲਾਈਜੇਸ਼ਨ ਵਿਸ਼ਵੀਕਰਨ ਦੇ ਵਿੱਚ ਅਸੀਂ ਪੂਰੇ ਗ੍ਰਹਿ ਦੇ ਉੱਤੇ ਮੂਵਮੈਂਟ ਜਾਂ ਐਕਸਚੇਂਜ ਕਰ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਮਨੁੱਖ, ਵਸਤੂਆਂ, ਸੇਵਾਵਾਂ, ਕੈਪੀਟਲ, ਪੂੰਜੀ, ਟੈਕਨੋਲੋਜੀ, ਸੱਭਿਆਚਾਰਕ ਗਤੀਵਿਧੀਆਂ ਸਾਰੀਆਂ ਸ਼ਾਮਲ ਨੇ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹੇਠ ਦਿੱਤਿਆਂ ਦਾ ਮਿਲਾਨ ਕਰੋ। ਸਾਨੂੰ 2 ਕਾਲਮ ਦਿੱਤੇ ਹੋਏ ਨੇ, ਇੱਕ ਦੇ ਵਿੱਚ ਆਰਟੀਕਲ ਦੇ ਨਾਮ ਦਿੱਤੇ ਹੋਏ ਨੇ ਤੇ ਦੂਸਰੇ ਦੇ ਵਿੱਚ ਉਹ ਆਰਟੀਕਲ ਕਿਸ ਬਾਰੇ ਹੈ ਉਹ ਦੱਸਿਆ ਗਿਆ ਹੈ। ਆਪਾਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਕਿਹਦੇ ਨਾਲ ਸੰਬੰਧਿਤ ਹੈ। ਇੱਕ ਲਿਸਟ ਦੇ ਵਿੱਚ ਆਰਟੀਕਲ 14, ਆਰਟੀਕਲ 17, ਆਰਟੀਕਲ 21 ਤੇ ਆਰਟੀਕਲ 29 ਹੈ ਤੇ ਦੂਸਰੀ ਲਿਸਟ ਦੇ ਵਿੱਚ ਇਹਨਾਂ ਬਾਰੇ ਦੱਸਿਆ ਗਿਆ। ਚਲੋ ਗੱਲ ਕਰਦੇ ਹਾਂ ਜੀ। ਜਿਹੜਾ ਆਰਟੀਕਲ 14 ਹੈ ਇਹਨੂੰ ਅਸੀਂ ਕਹਿੰਦੇ ਹਾਂ ਕਾਨੂੰਨ ਅੱਗੇ ਸਮਾਨਤਾ। ਇਹ ਜਿਹੜਾ ਏ ਹੈ ਇਹਨੂੰ ਆਪਾਂ ਚੌਥੇ ਨਾਲ ਮਿਲਾਵਾਂਗੇ
ਇਹਦਾ ਮਤਲਬ ਹੈ ਜੀ ਹਰ ਵਿਅਕਤੀ ਕਾਨੂੰਨ ਦੇ ਅੱਗੇ ਸਮਾਨ ਹੈ, ਭਾਵੇਂ ਉਹ ਕਿਸੇ ਵੀ ਧਰਮ, ਜਾਤ, ਲਿੰਗ ਜਾਂ ਜਨਮ ਸਥਾਨ ਕਿਤੋਂ ਵੀ ਹੋਵੇ। ਇਹ ਕਾਨੂੰਨ ਅੱਗੇ ਸਮਾਨਤਾ ਹੈ ਜੀ। ਅੱਗੇ ਹੈ ਜੀ ਆਰਟੀਕਲ 17 ਹੈ ਜੀ, ਇਹ ਛੂਆਛਾਤ ਦਾ ਖਾਤਮਾ, ਜਿਹਦੇ ਵਿੱਚ ਅਸੀਂ ਛੂਆਛਾਤ ਨੂੰ ਇੱਕ ਸਮਾਜਿਕ ਬੁਰਾਈ ਮੰਨਿਆ ਹੈ ਕਿ ਕਿਸੇ ਨਾਲ ਕੋਈ ਵੀ ਆਪਾਂ ਵਿਤਕਰਾ ਨਹੀਂ ਕਰਨਾ। 17 ਨੂੰ ਅਸੀਂ ਪਹਿਲੇ ਨਾਲ ਮਨਾਵਾਂਗੇ ਜੀ। ਆਰਟੀਕਲ 21 ਜਿਹੜਾ ਹੈ ਜੀਵਨ ਅਤੇ ਨਿੱਜੀ ਸੁਤੰਤਰਤਾ ਦੀ ਸੁਰੱਖਿਆ ਦੇ ਲਈ ਹੈ, ਅਤੇ ਆਰਟੀਕਲ 29 ਜਿਹੜਾ ਹੈ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਦੇ ਲਈ ਹੈ ਜੀ। 21 ਨੂੰ ਅਸੀਂ ਤੀਸਰੇ ਨਾਲ ਅਤੇ 29 ਆਰਟੀਕਲ 29 ਨੂੰ ਘੱਟ ਗਿਣਤੀਆਂ ਦੇ ਹੱਕਾਂ ਦੇ ਸੁਰੱਖਿਆ ਦੇ ਨਾਲ ਮਿਲਾਵਾਂਗੇ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪ੍ਰਧਾਨਤਾ ਬਾਰੇ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈ? ਆਪਸ਼ਨ ਹਨ। ਇਹ ਸ਼ਬਦ ਕਿਸੇ ਇੱਕ ਰਾਜੇ ਦੀ ਨੇਤਾਗਰੀ ਅਤੇ ਦਬਦਬੇ ਨੂੰ ਦਰਸਾਉਂਦਾ ਹੈ। ਇਹ ਪੁਰਾਤਨ ਗ੍ਰੀਸ ਵਿੱਚ ਏਥਨਸ ਦੇ ਦਬਦਬੇ ਲਈ ਵਰਤਿਆ ਜਾਂਦਾ ਸੀ। ਪ੍ਰਧਾਨਤਾ ਦੀ ਸਥਿਤੀ ਵਾਲਾ ਮੁਲਕ ਬਿਨਾਂ ਰੋਕ ਟੋਕ ਦੇ ਫੌਜੀ ਸ਼ਕਤੀ ਰੱਖੇਗਾ। ਜਾਂ ਪ੍ਰਧਾਨਤਾ ਦੀ ਸਥਿਤੀ ਪੱਕੀ ਹੈ, ਇੱਕ ਵਾਰ ਦੀ ਪ੍ਰਧਾਨਤਾ ਹਮੇਸ਼ਾ ਦੀ ਪ੍ਰਧਾਨਤਾ। ਜਿਹੜੀ ਪ੍ਰਧਾਨਤਾ ਹੈ ਜਿਹਨੂੰ ਆਪਾਂ ਹੈਗੇਮੋਨੀ ਕਹਿੰਦੇ ਆ, ਇਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਸਟੇਟ ਦੂਸਰੇ ਉੱਪਰ ਰਾਜਨੀਤਿਕ, ਆਰਥਿਕ ਤੇ ਮਿਲਟਰੀ ਕੰਟਰੋਲ ਰੱਖ ਸਕਦਾ ਹੈ। ਇੱਥੇ ਜਿਹੜਾ ਚੌਥਾ ਆਪਸ਼ਨ ਦਿੱਤਾ ਹੈ ਕਿ ਇੱਕ ਵਾਰ ਦੀ ਪ੍ਰਧਾਨਤਾ ਹਮੇਸ਼ਾ ਦੀ ਪ੍ਰਧਾਨਤਾ, ਇਹ ਬਿਲਕੁਲ ਗਲਤ ਕਥਨ ਹੈ। ਡੀ ਆਪਸ਼ਨ ਬਿਲਕੁਲ ਗਲਤ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਇਹਨਾਂ ਧਾਰਨਾਵਾਂ ਦਾ ਇਹਨਾਂ ਦੇ ਭਾਵ ਅਰਥਾਂ ਨਾਲ ਮਿਲਾਨ ਕਰੋ। ਸਾਡੇ ਕੋਲ ਦੋ ਕਾਲਮ ਨੇ, 1 2 3 4 ਨੂੰ ਅਸੀਂ ABCD ਦੇ ਨਾਲ ਮਿਲਾਉਣਾ ਹੈ। ਸਭ ਤੋਂ ਪਹਿਲਾਂ ਹੈ ਜੀ ਹੌਸਲਾ ਵਧਾਊ ਯਤਨ, ਜਿਹਨੂੰ CBMS ਕਹਿੰਦੇ ਆ, ਕੌਨਫੀਡੈਂਸ ਬਿਲਡਿੰਗ ਮਈਅਰ। ਇਹ ਕੀ ਹੁੰਦਾ ਹੈ ਕਿ ਜਿਹੜੇ ਰਾਸ਼ਟਰ ਨੇ ਆਪਸ ਦੇ ਵਿੱਚ ਇਨਫੋਰਮੇਸ਼ਨ ਦਾ ਐਕਸਚੇਂਜ ਕਰਦੇ ਨੇ, ਇੱਕ ਦੂਜੇ ਨੂੰ ਰੱਖਿਆ ਦੇ ਸੰਬੰਧੀ ਮੈਟਰ ਦੇ ਵਿੱਚ ਹੈਲਪ ਕਰਦੇ ਨੇ। ਇੱਕ ਨੂੰ ਅਸੀਂ ਮਿਲਾਵਾਂਗੇ B ਦੇ ਨਾਲ। ਉਸ ਤੋਂ ਬਾਅਦ ਜਿਹੜਾ ਦੂਸਰਾ ਹੈ ਹਥਿਆਰਾਂ 'ਤੇ ਕੰਟਰੋਲ, ਇਹਦਾ ਮਤਲਬ ਹੁੰਦਾ ਹੈ ਕਿ ਹਥਿਆਰਾਂ ਦੀ ਪ੍ਰਾਪਤੀ ਅਤੇ ਵਿਕਾਸ ਨੂੰ ਨਿਯਮਿਤ ਕਰਨਾ, ਕਿ ਕੋਈ ਆਪਣੀ ਮਰਜ਼ੀ ਦੇ ਨਾਲ ਜਿਹੜੇ ਮਰਜ਼ੀ ਹਥਿਆਰ ਨਹੀਂ ਬਣਾ ਸਕਦਾ। ਦੂਸਰੇ ਨੂੰ ਮਿਲਾਵਾਂਗੇ ਅਸੀਂ D ਦੇ ਨਾਲ। ਜਿਹੜਾ ਤੀਸਰਾ ਹੈ ਉਹ ਹੈ ਗੱਠਜੋੜ ਜਾਂ ਅਲਾਇੰਸ। ਇਹਦਾ ਮਤਲਬ ਕੀ ਹੈ ਕਿ ਕਿਸੇ ਫੌਜੀ ਹਮਲੇ ਨੂੰ ਟਾਲਣ ਜਾਂ ਰੋਕਣ ਦੇ ਲਈ ਰਾਸ਼ਟਰਾਂ ਦੇ ਨਾਲ ਗੱਠਜੋੜ। ਤੀਸਰੇ ਨੂੰ C ਨਾਲ ਮਿਲਾਵਾਂਗੇ। ਚੌਥੇ ਨੂੰ ਅਸੀਂ ਡਿਸਆਰਮਾਮੈਂਟ ਜਾਂ ਨਿਸ਼ਸਤਰੀਕਰਨ ਕਹਿੰਦੇ ਆ। ਇਹ ਕੀ ਹੈ? ਖਾਸ ਕਿਸਮ ਦੇ ਹਥਿਆਰਾਂ ਦਾ ਤਿਆਗ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਸਾਰਕ ਦੀ ਪਹਿਲੀ ਗੋਸ਼ਟੀ ਸਮਤ ਕਿੱਥੇ ਹੋਈ ਸੀ? ਆਪਸ਼ਨ ਹਨ ਦਿੱਲੀ, ਢਾਕਾ, ਇਸਲਾਮਾਬਾਦ ਜਾਂ ਕਾਠਮਾਂਡੂ। ਜਿਹੜੀ ਸਾਰਕ ਦੀ ਪਹਿਲੀ ਸਮਤ ਹੈ ਇਹ 7-8 ਦਸੰਬਰ 1985 ਨੂੰ ਢਾਕਾ ਵਿਖੇ ਹੋਈ ਸੀ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਜਿਸ ਗੁਨਾਹ ਲਈ ਪੁਲਿਸ ਕਿਸੇ ਵਿਅਕਤੀ ਨੂੰ ਬਿਨਾਂ ਅਦਾਲਤ ਦੀ ਆਗਿਆ ਦੇ ਗ੍ਰਿਫਤਾਰ ਕਰ ਸਕਦੀ ਹੈ, ਉਸ ਨੂੰ ਕੀ ਕਹਿੰਦੇ ਹਨ? ਆਪਸ਼ਨ ਹਨ ਸਮਝਣਯੋਗ, ਕੋਗਨੀਜ਼ੇਬਲ, ਕ੍ਰਾਸ ਐਗਜ਼ਾਮੀਨੇਸ਼ਨ, ਦੋਸ਼ੀ ਜਾਂ ਨਿਰਪੱਖ। ਇਸ ਤਰ੍ਹਾਂ ਦੇ ਗੁਨਾਹ ਨੂੰ ਕਹਿੰਦੇ ਨੇ ਕੋਗਨੀਜ਼ੇਬਲ ਜਾਂ ਸਮਝਣਯੋਗ। ਇਹ ਆਪਸ਼ਨ ਬਿਲਕੁਲ ਸਹੀ ਹੈ। ਜਿਵੇਂ ਮਰਡਰ ਹੋ ਗਿਆ, ਰੇਪ ਹੋ ਗਿਆ, ਚੋਰੀ ਹੋ ਗਈ, ਇਹਦੇ ਵਿੱਚ ਜਿਹੜੀ ਪੁਲਿਸ ਹੈ ਉਹ FIR ਦਰਜ ਕਰੇਗੀ ਅਤੇ ਬਿਨਾਂ ਅਦਾਲਤ ਦੀ ਆਗਿਆ 'ਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦੇਗੀ। ਅਗਲਾ ਪ੍ਰਸ਼ਨ ਹੈ ਜੀ, US ਵਿੱਚ ਸਿਵਲ ਅਧਿਕਾਰਾਂ ਦੇ ਅੰਦੋਲਨ ਨੂੰ ਉਭਾਰਨ ਵਿੱਚ ਸਹਾਇਕ ਔਰਤ ਦੀ ਪਛਾਣ ਕਰੋ। ਆਪਸ਼ਨ ਹਨ ਰੋਸਾ ਪਾਰਕਸ, ਰੋਜੀ ਬੇਟੀ, ਏਵਾ ਕੋਕਸ ਜਾਂ ਵਿਡਾ ਗੋਲਡਸਟੇਨ। ਜਿਹੜੀ ਰੋਸਾ ਪਾਰਕਸ ਹੈ ਇਹਨੇ 1 ਦਸੰਬਰ 1955 ਨੂੰ ਇਹ ਬੱਸ ਦੇ ਵਿੱਚ ਵਾਈਟ ਮੈਨ ਨੂੰ ਸੀਟ ਦੇਣ ਤੋਂ ਮਨਾ ਕਰ ਦਿੱਤਾ ਸੀ, ਜਿਹਦੇ ਕਰਕੇ ਇਹਦੀ ਗ੍ਰਿਫਤਾਰੀ ਹੋ ਗਈ ਸੀ। ਇਸ ਨੂੰ ਮਦਰ ਆਫ ਸਿਵਲ ਰਾਈਟ ਮੂਵਮੈਂਟ ਵੀ ਕਹਿੰਦੇ ਨੇ। ਇਹਦਾ ਸਹੀ ਜਵਾਬ ਹੈ ਜੀ ਰੋਸਾ ਪਾਰਕਸ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਨਿਮਨਲਿਖਤ ਵਿੱਚੋਂ ਭਾਰਤ ਵਿੱਚ ਰਾਜ ਵਿਧਾਨ ਪਾਲਿਕਾ ਦੇ ਕਿਹੜੇ ਦੋ ਸਦਨ ਹਨ? ਆਪਸ਼ਨ ਹਨ ਲੋਕ ਵਿਧਾਨ ਪਾਲਿਕਾ ਤੇ ਰਾਜ ਵਿਧਾਨ ਪਾਲਿਕਾ, ਲੋਕ ਵਿਧਾਨ ਪਾਲਿਕਾ ਤੇ ਵਿਧਾਨ ਸਭਾ, ਵਿਧਾਨ ਪਾਲਿਕਾ ਪਰਿਸ਼ਦ ਤੇ ਰਾਜ ਵਿਧਾਨ ਪਾਲਿਕਾ ਜਾਂ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ। ਭਾਰਤ ਦੇ ਵਿੱਚ ਰਾਜ ਵਿਧਾਨ ਪਾਲਿਕਾ ਦੇ ਦੋ ਸਦਨ ਜਿਹੜੇ ਨੇ ਉਹਨੇ ਵਿਧਾਨ ਪਰਿਸ਼ਦ ਤੇ ਵਿਧਾਨ ਸਭਾ। ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਹੈ, ਮਹਾਰਾਸ਼ਟਰ ਦੇ ਵਿੱਚ ਹੈ। ਠੀਕ ਹੈ ਜੀ, ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਨਿਮਨਲਿਖਤ ਵਿੱਚੋਂ ਕਿਸ ਦਾ ਸਹੀ ਮਿਲਾਨ ਨਹੀਂ ਕੀਤਾ ਗਿਆ ਹੈ? ਸਾਨੂੰ 4 ਆਪਸ਼ਨਾਂ ਦੇ ਵਿੱਚ ਕੁਝ ਆਰਟੀਕਲ ਦਿੱਤੇ ਗਏ ਨੇ। ਇਹ ਸੰਵਿਧਾਨ ਦੇ ਆਰਟੀਕਲ ਅਸੀਂ ਦੱਸਣਾ ਹੈ ਕਿ ਕੀ ਇਹਨਾਂ ਦੇ ਨਾਮ ਸਹੀ ਨੇ। ਇਹ ਆਪਸ਼ਨ ਦੇ ਵਿੱਚ ਸੰਵਿਧਾਨਕ ਸੁਰੱਖਿਆ ਦਾ ਅਧਿਕਾਰ ਆਰਟੀਕਲ 32 ਲਿਖਿਆ ਹੋਇਆ ਹੈ। ਇਹ ਸਹੀ ਹੈ ਜੀ, ਕਿਉਂਕਿ ਭਾਰਤੀ ਸੰਵਿਧਾਨ ਦਾ ਆਰਟੀਕਲ 32 ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਪ੍ਰਦਾਨ ਕਰਦਾ ਹੈ, ਜਿਸ ਨਾਲ ਨਾਗਰਿਕ ਆਪਣੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਸੁਪਰੀਮ ਕੋਰਟ ਜਾ ਸਕਦੇ ਨੇ। ਦੂਸਰੀ B ਆਪਸ਼ਨ ਦੇ ਵਿੱਚ ਜੀਵਨ ਦੀ ਸੁਰੱਖਿਆ ਦਾ ਅਧਿਕਾਰ ਆਰਟੀਕਲ 15 ਲਿਖਿਆ ਹੋਇਆ ਹੈ। ਇਹ ਗਲਤ ਹੈ। ਸਮਾਨਤਾ ਦੇ ਅਧਿਕਾਰਾਂ ਦੇ ਵਿੱਚ ਕੋਈ ਵਿਤਕਰਾ ਨਹੀਂ, ਜਿਸ ਅਨੁਸਾਰ ਧਰਮ, ਨਸਲ, ਜਾਤੀ, ਲਿੰਗ ਜਾਂ ਜਨਮ ਸਥਾਨ ਦੇ ਆਧਾਰ 'ਤੇ ਵਿਤਕਰੇ 'ਤੇ ਪਾਬੰਦੀ ਹੈ। ਇਹ ਆਰਟੀਕਲ 15 ਹੈ। ਤੇ ਪਰ ਜੀਵਨ ਤੇ ਸੁਰੱਖਿਆ ਦਾ ਅਧਿਕਾਰ ਜਿਹੜਾ ਹੈ ਇਹ ਆਰਟੀਕਲ 21 ਦੇ ਵਿੱਚ ਦਰਜ ਹੈ। ਇੱਥੇ B ਆਪਸ਼ਨ ਗਲਤ ਹੈ। C ਆਪਸ਼ਨ ਦੇ ਵਿੱਚ ਸਭਾ ਸੰਗਠਨ ਦਾ ਅਧਿਕਾਰ ਆਰਟੀਕਲ 19 ਹੈ। ਇਹ ਬਿਲਕੁਲ ਸਹੀ ਹੈ ਜੀ। ਆਰਟੀਕਲ 19 ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਾਂਤੀਪੂਰਵਕ ਅਤੇ ਬਿਨਾਂ ਹਥਿਆਰਾਂ ਦੇ ਇਕੱਠੇ ਹੋਣ ਦਾ ਅਧਿਕਾਰ ਸ਼ਾਮਲ ਹੈ। ਆਰਟੀਕਲ 20 ਅਪਰਾਧਾਂ ਲਈ ਸਜ਼ਾ ਦੇ ਸਬੰਧ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ, ਜਿਸ ਵਿੱਚ ਦੋਹਰੀ ਜੋਖਮ ਅਤੇ ਸਵੈ ਦੋਸ਼ ਵਿਰੁੱਧ ਸੁਰੱਖਿਆ ਸ਼ਾਮਲ ਹੈ।
ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਗਲਤ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਉਹਨਾਂ ਕਾਨੂੰਨਾਂ ਨੂੰ ਕੀ ਕਹਿੰਦੇ ਹਨ ਜਿਹੜੇ ਜ਼ਾਲਮਾਨਾ ਤਰੀਕੇ ਨਾਲ ਲੋਕਾਂ ਨੂੰ ਕੰਟਰੋਲ ਕਰਦੇ ਹਨ ਅਤੇ ਉਹਨਾਂ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਅਧਿਕਾਰ ਸਮੇਤ ਆਪਣੇ ਮੌਲਿਕ ਅਧਿਕਾਰਾਂ ਨੂੰ ਵਰਤਣ ਤੋਂ ਵਰਜਿਤ ਕਰਦੇ ਹਨ? ਆਪਸ਼ਨ ਹਨ ਦਮਨਕਾਰੀ, ਦੇਸ਼ਧਰੋਹ, ਵਿਕਾਸ ਜਾਂ ਆਲੋਚਨਾ। ਦਮਨਕਾਰੀ ਕਾਨੂੰਨ ਉਹ ਹੁੰਦੇ ਹਨ ਜੋ ਲੋਕਾਂ ਦੇ ਹੱਕਾਂ ਨੂੰ ਕੁਚਲਦੇ ਹਨ, ਜਿਵੇਂ ਕਿ ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਆਦਿ। ਇਹ ਕਾਨੂੰਨ ਸਰਕਾਰਾਂ ਵੱਲੋਂ ਵਿਰੋਧ ਨੂੰ ਦਬਾਉਣ ਅਤੇ ਆਪਣੀ ਸ਼ਕਤੀ ਨੂੰ ਕਾਇਮ ਰੱਖਣ ਲਈ ਵਰਤੇ ਜਾਂਦੇ ਹਨ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਵਧਦੇ ਹਾਂ ਜੀ। 1950 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਿਹੜਾ ਅੰਦੋਲਨ ਅਫਰੀਕਨ ਅਮਰੀਕਨ ਦੇ ਬਰਾਬਰ ਅਧਿਕਾਰਾਂ ਲਈ ਚੱਲਿਆ? ਆਪਸ਼ਨ ਹਨ ਅਧਿਕਾਰਾਂ ਦਾ ਅੰਦੋਲਨ, ਸਿਵਲ ਅਧਿਕਾਰਾਂ ਦਾ ਅੰਦੋਲਨ, ਵਿਤਕਰੇ ਦਾ ਅੰਦੋਲਨ ਜਾਂ ਸਮਾਨਤਾ ਦਾ ਅੰਦੋਲਨ। 1950 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਅਫਰੀਕੀ ਅਮਰੀਕੀਆਂ ਨੇ ਨਸਲੀ ਵਿਤਕਰੇ ਖਿਲਾਫ ਸਿਵਲ ਅਧਿਕਾਰਾਂ ਦਾ ਅੰਦੋਲਨ ਛੇੜਿਆ। ਇਸ ਅੰਦੋਲਨ ਨੇ ਅਹਿੰਸਕ ਪ੍ਰਦਰਸ਼ਨਾਂ ਰਾਹੀਂ ਵੋਟ ਪਾਉਣ, ਸਿੱਖਿਆ, ਰੁਜ਼ਗਾਰ ਅਤੇ ਜਨਤਕ ਥਾਵਾਂ ਤੇ ਬਰਾਬਰੀ ਦੇ ਹੱਕਾਂ ਦੀ ਮੰਗ ਕੀਤੀ, ਜਿਸ ਦੇ ਨਤੀਜੇ ਵਜੋਂ ਕਈ ਮਹੱਤਵਪੂਰਨ ਕਾਨੂੰਨ ਪਾਸ ਹੋਏ ਜਿਨ੍ਹਾਂ ਨੇ ਵਿਤਕਰੇ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਵਿਦਿਆਰਥੀਆਂ ਵਿੱਚ ਸੰਵਿਧਾਨਕ ਸੰਸਥਾਵਾਂ ਦੀ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਲਈ ਕਿਹੜੀ ਵਿਦਿਆ ਪੱਧਤੀ ਢੁਕਵੀਂ ਹੈ? ਆਪਸ਼ਨ ਹਨ ਬਨਾਵਟੀ ਵਿਧਾਨ ਪਾਲਿਕਾ, ਬਹਿਸ, ਵਿਚਾਰ ਵਟਾਂਦਰਾ ਜਾਂ ਦਿਮਾਗੀ ਫੁਰਨੇ। ਵਿਦਿਆਰਥੀਆਂ ਦੇ ਵਿੱਚ ਸੰਵਿਧਾਨਕ ਸੰਸਥਾਵਾਂ ਦੀ ਜਾਣਕਾਰੀ ਅਸੀਂ ਬਨਾਵਟੀ ਵਿਧਾਨ ਪਾਲਿਕਾ ਬਣਾ ਕੇ ਦੇ ਸਕਦੇ ਹਾਂ। ਇਹਦੇ ਵਿੱਚ ਵੱਖ-ਵੱਖ ਵਿਦਿਆਰਥੀਆਂ ਨੂੰ ਵੱਖ-ਵੱਖ ਭੂਮਿਕਾਵਾਂ ਜਿਵੇਂ ਸੰਸਦ ਮੈਂਬਰ, ਮੰਤਰੀ, ਸਪੀਕਰ ਆਦਿ ਨਿਭਾਉਣ ਦਾ ਮੌਕਾ ਮਿਲੇਗਾ। ਉਹ ਵਿਧਾਨ ਪਾਲਿਕਾ ਦੀ ਕਾਰਜ ਪ੍ਰਣਾਲੀ ਨੂੰ ਨੇੜਿਓਂ ਸਮਝ ਸਕਣਗੇ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਨਿਮਨਲਿਖਤ ਵਿੱਚੋਂ ਕਿਹੜੀ ਕਿਸਮ ਬਲੂਮ ਦੇ ਸਿੱਖਿਆ ਦੇ ਉਦੇਸ਼ ਲਈ ਸੋਧੇ ਹੋਏ ਵਰਗੀਕਰਨ ਨਿਯਮ 2001 ਨਾਲ ਸੰਬੰਧਿਤ ਨਹੀਂ ਹੈ? ਆਪਸ਼ਨ ਹਨ ਯਾਦ ਰੱਖਣਾ, ਰਿਮੈਂਬਰਿੰਗ, ਪੜਚੋਲ ਕਰਨੀ, ਇਵੈਲੂਏਟਿੰਗ, ਸਿਰਜਣਾ, ਕ੍ਰੀਏਟਿੰਗ ਜਾਂ ਸਿੰਥੈਸਿਸ, ਜਿਹਨੂੰ ਅਸੀਂ ਕਹਿੰਦੇ ਹਾਂ ਸੰਸਲੇਸ਼ਣ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਸੰਸਲੇਸ਼ਣ ਬਲੂਮ ਦੀ ਜਿਹੜੀ 2001 ਦੀ ਸੋਧੇ ਹੋਏ ਵਰਗੀਕਰਨ ਨਾਲ ਸੰਬੰਧਿਤ ਨਹੀਂ ਹੈ। ਸਾਰੀਆਂ ਕੈਟੇਗਰੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਸਿਲੇਬਸ ਅਤੇ ਪਾਠਕ੍ਰਮ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈ? ਇਹ ਆਪਸ਼ਨ ਹੈ ਜੀ ਸਿਲੇਬਸ ਸੁੰਗੜਿਆ ਹੋਇਆ, ਛੋਟਾ ਅਤੇ ਸਪਸ਼ਟ ਹੁੰਦਾ ਹੈ। ਪਾਠਕ੍ਰਮ ਕਿਸੇ ਵਿਸ਼ੇ ਦੇ ਅਧਿਐਨ ਨਾਲ ਸੰਬੰਧਿਤ ਵੱਖ-ਵੱਖ ਯੂਨਿਟਾਂ, ਸਹਿ ਯੂਨਿਟਾਂ ਅਤੇ ਵਿਸ਼ਿਆਂ ਨੂੰ ਦਰਸਾਉਂਦਾ ਹੈ। ਪਾਠਕ੍ਰਮ ਵਿਵਹਾਰ ਦੀਆਂ ਤਿੰਨੇ ਵੰਨਗੀਆਂ ਵਿੱਚ ਨਿਰਧਾਰਤ ਅਧਿਆਪਨ ਸਿੱਖਣ ਦੇ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਦਾ ਹੈ। ਪਾਠਕ੍ਰਮ ਕੇਵਲ ਜਮਾਤ ਵਿਚਲੇ ਅਧਿਆਪਨ ਅਤੇ ਵਿਸ਼ਿਆਂ ਨੂੰ ਸਿੱਖਣ ਅਤੇ ਸਿਲੇਬਸ ਵਿੱਚ ਦਿੱਤੀ ਗਈ ਸਮੱਗਰੀ ਤੱਕ ਹੀ ਸੀਮਤ ਨਹੀਂ ਹੁੰਦਾ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਜਿਹੜਾ ਦੂਸਰਾ ਆਪਸ਼ਨ ਹੈ ਕਿ ਪਾਠਕ੍ਰਮ ਕਿਸੇ ਵਿਸ਼ੇ ਦੇ ਅਧਿਐਨ ਨਾਲ ਸੰਬੰਧਿਤ ਵੱਖ-ਵੱਖ ਯੂਨਿਟਾਂ, ਸਹਿ ਯੂਨਿਟਾਂ ਅਤੇ ਵਿਸ਼ਿਆਂ ਨੂੰ ਦਰਸਾਉਂਦਾ ਹੈ, ਇਹ ਗਲਤ ਹੈ ਕਿਉਂਕਿ ਜਿਹੜਾ ਪਾਠਕ੍ਰਮ ਹੈ ਕਿਸੇ ਵਿਸ਼ੇ ਦੇ ਅਧਿਐਨ ਦੇ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਵੱਖ-ਵੱਖ ਯੂਨਿਟ, ਉਹਨਾਂ ਦੇ ਅੰਦਰਲੇ ਵਿਸ਼ੇ, ਸੰਬੰਧਿਤ ਗਤੀਵਿਧੀਆਂ ਸ਼ਾਮਲ ਹੁੰਦੀਆਂ। ਸਿਲੇਬਸ ਸਿਰਫ ਮੁੱਖ ਵਿਸ਼ਿਆਂ ਨਾਲ ਸੰਬੰਧਿਤ ਹੁੰਦਾ ਹੈ, ਪਰ ਕਰਿਕੂਲਮ ਜਿਹੜਾ ਹੈ ਸਿਲੇਬਸ ਨਾਲੋਂ ਵਧੇਰੇ ਵਿਸਤ੍ਰਿਤ ਹੁੰਦਾ ਹੈ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਜਿਹੜਾ ਹੈ ਇਹ ਗਲਤ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਜਦੋਂ ਪੌਣ ਪਾਣੀ ਵਿਸ਼ੇ ਨੂੰ ਸਕੂਲਾਂ ਦੀ ਵਿਦਿਆ ਦੇ ਪਾਠਕ੍ਰਮ ਦੇ ਅਲੱਗ-ਅਲੱਗ ਗ੍ਰੇਡਾਂ ਵਿੱਚ ਵਿਦਿਆਰਥੀਆਂ ਦੇ ਵਿਦਿਅਕ ਅਤੇ ਮਾਨਸਿਕ ਪੱਧਰ ਦੇ ਅਨੁਸਾਰ ਅਖਿਆਈ ਦੀ ਵਿਭਿੰਨਤਾ ਦੇ ਅਨੁਸਾਰ ਰੱਖਿਆ ਜਾਂਦਾ ਹੈ ਤਾਂ ਸਮਾਜਿਕ ਵਿਗਿਆਨਕ ਪਾਠਕ੍ਰਮ ਦੇ ਸੰਗਠਨੀਕਰਨ ਦੀ ਕਿਹੜੀ ਪਹੁੰਚ ਵਿਧੀ ਅਪਣਾਈ ਜਾਂਦੀ ਹੈ? ਆਪਸ਼ਨ ਹਨ ਕੇਂਦਰਿਤ ਪਹੁੰਚ ਵਿਧੀ, ਸਤਹੀ ਪਹੁੰਚ ਵਿਧੀ, ਏਕੀਕ੍ਰਿਤ ਪਹੁੰਚ ਵਿਧੀ ਜਾਂ ਸੰਬੰਧਿਤ ਪਹੁੰਚ ਵਿਧੀ। ਇਹ ਜਿਹੜੀ ਵਿਧੀ ਹੈ ਇਹਨੂੰ ਅਸੀਂ ਕੇਂਦਰਿਤ ਪਹੁੰਚ ਵਿਧੀ ਕਹਾਂਗੇ, ਜਿਹਦੇ ਵਿੱਚ ਕਨਸੈਂਟਰਿਕ ਅਪਰੋਚ ਰੱਖੀ ਜਾਂਦੀ ਹੈ ਕਿ ਵਿਦਿਆਰਥੀ ਦੇ ਸਿੱਖਣ ਦੇ ਪੱਧਰ ਦੇ ਹਿਸਾਬ ਦੇ ਨਾਲ ਸਿਲੇਬਸ ਦੇ ਵਿੱਚ ਇੱਕੋ ਹੀ ਸਬਜੈਕਟ ਨੂੰ ਵੱਖ-ਵੱਖ ਕਲਾਸਾਂ ਦੇ ਵਿੱਚ ਵਿਦਿਆਰਥੀ ਦੇ ਲੈਵਲ ਦੇ ਅਕੋਰਡਿੰਗ ਉਹਨੂੰ ਪੜ੍ਹਾਇਆ ਜਾਂਦਾ ਹੈ ਜੀ। ਕਨਸੈਂਟਰਿਕ ਵਿਧੀ ਕਹਿੰਦੇ ਆ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਅਧਿਆਪਕ ਵਿਦਿਆਰਥੀਆਂ ਦੇ ਦਰਮਿਆਨ ਇਤਿਹਾਸਕ ਘਟਨਾਵਾਂ ਦੀ ਕ੍ਰਮਿਕ ਤਰਤੀਬ ਨੂੰ ਵਿਕਸਿਤ ਕਰਨਾ ਚਾਹੁੰਦਾ ਹੈ, ਕ੍ਰੋਨੋਲੋਜੀਕਲ ਸੀਕੁਐਂਸ ਨੂੰ ਦੱਸਣਾ ਚਾਹੁੰਦਾ ਹੈ ਜੀ। ਨਿਮਨਲਿਖਤ ਵਿੱਚੋਂ ਕਿਹੜੀ ਅਧਿਆਪਨ ਯੁਕਤੀ ਅਧਿਆਪਨ ਲਈ ਸਭ ਤੋਂ ਢੁਕਵੀਂ ਰਹੇਗੀ? ਆਪਸ਼ਨ ਹਨ ਸਮਾਂ ਗ੍ਰਾਫ, ਟਾਈਮਲਾਈਨ, ਸਮਾਂ ਸਾਰਣੀ ਜਾਂ ਦ੍ਰਿਸ਼ਮਾਨ ਨਕਸ਼ੇ। ਜਿਹੜੀ ਟਾਈਮਲਾਈਨ ਹੈ ਇਹ ਇਤਿਹਾਸਕ ਘਟਨਾਵਾਂ ਨੂੰ ਕ੍ਰਮ ਅਨੁਸਾਰ ਦਰਸਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਵਿਦਿਆਰਥੀਆਂ ਨੂੰ ਘਟਨਾਵਾਂ ਦੇ ਕ੍ਰਮ ਅਤੇ ਉਹਨਾਂ ਦੇ ਵਿਚਕਾਰ ਸਮੇਂ ਦੇ ਸੰਬੰਧਾਂ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਹੈ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਨਿਮਨਲਿਖਤ ਵਿੱਚੋਂ ਕਿਹੜੀ ਕਿਸਮ ਵਿਦਿਅਕ ਅਤੇ ਹਦਾਇਤੀ ਟੀਚਿਆਂ ਦੇ ਸਾਈਕੋਮੋਟਰ ਡੋਮੇਨ ਨਾਲ ਸੰਬੰਧਿਤ ਹੈ? ਆਪਸ਼ਨ ਹਨ ਸੰਗਠਿਤ ਕਰਨਾ, ਪ੍ਰਾਪਤ ਕਰਨਾ, ਸਮੀਖਿਆ ਜਾਂ ਅਨੁਭਵਯੋਗ ਕਾਬਲੀਅਤਾਂ। ਸਾਈਕੋਮੋਟਰ ਡੋਮੇਨ ਸਰੀਰਕ ਹੁਨਰਾਂ ਅਤੇ ਤਾਲਮੇਲ ਨਾਲ ਸੰਬੰਧਿਤ ਹੈ। ਇਸ ਵਿੱਚ ਮਾਸਪੇਸ਼ੀਆਂ ਦੀ ਗਤੀਵਿਧੀ ਅਤੇ ਸਰੀਰਕ ਕਾਰਜਾਂ ਨੂੰ ਸਿੱਖਣਾ ਸ਼ਾਮਲ ਹੁੰਦਾ ਹੈ।
ਅਨੁਭਵਯੋਗ ਕਾਬਲੀਅਤਾਂ ਇਸ ਡੋਮੇਨ ਵਿੱਚ ਆਉਂਦੀਆਂ ਨੇ ਕਿਉਂਕਿ ਇਹਨਾਂ ਵਿੱਚ ਸਰੀਰਕ ਹੁਨਰਾਂ ਦਾ ਪ੍ਰਦਰਸ਼ਨ ਅਤੇ ਵਿਕਾਸ ਸ਼ਾਮਲ ਹੁੰਦਾ ਹੈ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜਾ ਕਥਨ ਜਮਾਤ ਵਿੱਚ ਸਮਾਜਿਕ ਵਿਗਿਆਨ ਦੇ ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਨਾਲ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਦੀ ਤਰਜਮਾਨੀ ਕਰਦਾ ਹੈ। ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਨਾਂ ਦੇ ਵਿੱਚ ਜਿਹੜੀ ਇਹ ਆਪਸ਼ਨ ਹੈ ਜਿਹਦੇ ਵਿੱਚ ਲਿਖਿਆ ਵਿਦਿਆਰਥੀਆਂ ਦੀ ਵਿਵਿਧਤਾ ਦੀ ਕਾਬਲੀਅਤ ਦਾ ਵਿਕਾਸ ਅਤੇ ਉਹਨਾਂ ਨੂੰ ਸੁਚਾਰੂ ਸੋਚਣ ਅਤੇ ਤਰਕ ਕਰਨ ਲਈ ਸ਼ਕਤੀਆਂ ਨਾਲ ਤਿਆਰ ਕਰਨਾ ਤਾਂ ਕਿ ਉਹ ਸਹੀ ਅਤੇ ਗਲਤ ਦਾ ਅਤੇ ਚੰਗੇ ਅਤੇ ਬੁਰੇ ਦਾ ਸਹੀ ਮਾਪ ਕਰਕੇ ਕਿਸੇ ਕੰਮ ਪ੍ਰਤੀ ਸਹੀ ਫੈਸਲਾ ਲੈ ਸਕਣ। ਇਹ ਸਹੀ ਜਵਾਬ ਹੈ ਜੀ, ਕਿਉਂਕਿ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਵਿਦਿਆਰਥੀਆਂ ਨੂੰ ਸਹੀ ਅਤੇ ਗਲਤ ਵਿਚਕਾਰ ਫਰਕ ਸਮਝਣ ਅਤੇ ਸੁਤੰਤਰ ਰੂਪ ਵਿੱਚ ਸੋਚਣ ਦੇ ਯੋਗ ਬਣਾਉਣ ਤੇ ਨਿਰਭਰ ਕਰਦਾ ਹੈ ਜੀ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਆਲ ਦੀ ਬੈਸਟ। ਫਿਰ ਮਿਲਦੇ ਹਾਂ ਜੀ। ਧੰਨਵਾਦ।